जय गुरु जी। नमस्कार सारी संगत नूं मेरा। मैं पंजाबी च गल करूंगी क्योंकि मैं तो पंजाबी ही है। सब तो पहला मैं गुरु जी तो माफी मांगूंगी अगर मैं तो कुछ गलत निकल गया, क्योंकि मैं इतनी कॉन्फिडेंट नहीं है बोलने विच, पर फिर भी जो मेरे तो जरा मैंने याद रहेगा मैं जरूर कहूंगी और वो सच होएगा। ਅਸੀਂ ਗੁਰੂ ਜੀ ਨੂੰ 1983 ਵਿੱਚ ਮਿਲੇ। 83 ਵਿੱਚ ਮਿਲੇ ਤਾਂ ਕਿਉਂਕਿ ਅਸੀਂ ਮਾਲ ਹੀ ਰਹਿੰਦੇ ਸੀ। ਸਾਡੇ ਪੜੋਸੀ ਸੀ ਕੋਈ, ਮੇਰੀ ਕਲਾਈ ਵਿੱਚ ਦਰਦ ਹੁੰਦੀ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਗੁਰੂ ਜੀ ਆ 36 ਗੁਰੂ ਜੀ 36 ਸੈਕਟਰ ਬੈਠਦੇ ਸੀ। ਮਿਸਟਰ ਬਾਜਵਾ ਇੱਕ ਚੇਅਰਮੈਨ ਹੁੰਦੇ ਸੀ ਤੇ ਉਹਨਾਂ ਦੇ ਘਰ ਰਹਿੰਦੇ ਹੁੰਦੇ ਸੀ ਕਿ ਉੱਥੇ ਚੱਲੋ, ਉਹ ਤੁਹਾਨੂੰ ਨਾ ਮਾਲਾ ਡਿਪ ਕਰਕੇ ਜਲ ਪਿਲਾਏਂਗੇ ਔਰ ਉਸ ਨਾਲ ਤੁਹਾਡੀ ਦਰਦ ਠੀਕ ਹੋ ਜਾਏਗੀ। अच्छा, मेरे बच्चियां बहुत छोटियां सी, छोटी तो बहुत ही छोटी सी, 2 बच्चियां सी साडियां, पर मैं उन्हां कोल गई गुरु जी कोल जाके देखा तो एक रूम विच गुरु जी बैठे सी, बड़ा जिहा गद्दा सी, उस पर 2-4 लोग सी, 5-6 मैक्सिमम हुंदे सी लोग। पर जदों मैं गई तो उन्होंने कहा चल उठ के मेरे तो कहा भी पानी दा गिलास लेके आ। फिर मैं किचन विच गई, उत्थों पानी दा गिलास लेके आ, एक ट्रे विच उन्होंने जिन्ने भी असी लोग सी 5-4 जने, उन्होंने मेरी बच्चियां भी नाल सी मेरे, और उन्होंने अपनी माला डिप करी, कुछ बोलिया भी मंत्र और मैनू कहा तू इनू पी ले, और उस पानी चो बहुत अच्छी खुशबू आई, बहुत अच्छी खुशबू। तो असी ये सोचते सी कि गुरु जी, क्योंकि मेरी भी उम्र बहुत घट सी उस टाइम, तो असी सोचते सी कि गुरु जी ने परफ्यूम लगाया है कि परफ्यूम दी ही खुशबू आती है, और उस टाइम कोई समझ नहीं सी। सब तो बड़ी गल सी गुरु जी नू असी जदों समझिया गुरु जी साडे नाल शरीर नहीं सी गुरु जी दा। ਜਦੋਂ ਅਸੀਂ ਡਿਪੈਂਡੈਂਟ ਟੋਟਲੀ ਮੈਂ ਉਹਨਾਂ ਪਰ ਹੋਈ ਤਾਂ ਉਹਨਾਂ ਦਾ ਸਰੀਰ ਨਹੀਂ ਸੀ। ਪਰ ਹੁਣ ਵੀ ਮੈਂ ਜੋ ਵੀ ਮੇਰੀ ਤਕਲੀਫ ਹੁੰਦੀ ਹੈ ਮੈਂ ਉਹਨਾਂ ਦੀ ਫੋਟੋ ਨਾਲ ਸ਼ੇਅਰ ਕਰਦੀ ਹਾਂ, ਔਰ ਮੇਰੀ ਗੱਲ ਉਹ ਪੂਰੀ ਹੁੰਦੀ ਹੈ। ਮੈਂ ਜਦ ਤੱਕ ਵੀ ਰਹੂੰਗੀ ਇਸ ਦੁਨੀਆ 'ਚ ਮੈਂ ਉਹਨਾਂ ਦੀ ਰਿਣੀ ਰਹੂੰਗੀ, ਕਿਉਂਕਿ ਮੈਨੂੰ ਉਹਨਾਂ ਨੇ ਇੰਨਾ ਕੁਝ ਮੇਰਾ ਕਰਿਆ ਹੈ ਕਿ ਮੈਂ ਉਸ ਨੂੰ ਭੁੱਲ ਹੀ ਨਹੀਂ ਸਕਦੀ ਕਦੇ। ਉਹਨਾਂ ਨੇ ਸਾਨੂੰ ਇੱਕ ਪਤਾ ਲੋਕ ਚੋਂ ਬਾਹਰ ਕੱਢਿਆ। ਤੇ ਜਦੋਂ ਮੈਂ ਗਈ ਪਹਿਲੀ ਵਾਰੀ ਤਾਂ ਸਾਨੂੰ ਜਾ ਕੇ ਅੱਛਾ ਤਾਂ ਲੱਗਿਆ, ਕਿਉਂਕਿ ਪਰ ਕਲਯੁਗ ਸੀ, ਸਾਨੂੰ ਸਮਝ ਨਹੀਂ ਸੀ, ਕਿਉਂਕਿ ਉਹਨਾਂ ਗੁਰੂ ਜੀ ਦੀ ਉਮਰ ਬਹੁਤ ਛੋਟੀ ਜੀ ਸੀ, ਸਾਡੀ ਜੀ ਉਮਰ ਦੇ ਸੀ ਗੁਰੂ ਜੀ ਵੀ ਤਕਰੀਬਨ। ਤੇ ਅਸੀਂ ਵੀ ਕੁਝ ਸੀਰੀਅਸਲੀ ਨਹੀਂ ਲਿੱਤਾ ਉਹਨਾਂ ਨੂੰ, ਤੇ ਅਸੀਂ ਜਾਂਦੇ ਰਹੇ ਉੱਥੇ ਗੁਰੂ ਜੀ ਕੋਲ। ਇਸ ਤਰ੍ਹਾਂ ਜਾਂਦੇ ਰਹੇ ਤਾਂ ਅਸੀਂ 8-10 ਲੋਕ ਹੁੰਦੇ ਸੀ, ਵੈਸੇ 10 ਵੀ ਨਹੀਂ ਹੁੰਦੇ ਸੀ, 5-7 ਲੋਕ ਹੁੰਦੇ ਸੀ। ਅਸੀਂ 10-11 ਵਜੇ ਚਲੇ ਜਾਣਾ ਤੇ ਗੁਰੂ ਜੀ ਨੂੰ ਜਾ ਕੇ ਇਸ ਤਰ੍ਹਾਂ ਹੀ ਪਾਣੀ ਮੈਂ ਕਿਚਨ ਚੋਂ ਲਿਆਣਾ ਤੇ ਨਲਕੇ ਚੋਂ ਸਿੱਧਾ ਹੀ ਭਰਨਾ ਅਸੀਂ ਪਾਣੀ, ਤੇ ਲਿਆ ਕੇ ਗੁਰੂ ਜੀ ਨੂੰ ਦੇਣਾ। ਗੁਰੂ ਜੀ ਨੇ ਮਾਲਾ ਡਿਪ ਕਰਨੀ, ਅਸੀਂ ਪੀ ਲੈਣਾ ਉਹ, ਔਰ ਫਿਰ ਚਾਹ ਬਣਾਣੀ। ਚਾਹ ਵੀ ਐਵੇਂ 6 ਗਲਾਸ ਲਿਆਣੇ, ਕੰਚ ਦੇ ਗਲਾਸ ਹੁੰਦੇ ਸੀ, ਉਹ ਲਿਆ ਕੇ ਗੁਰੂ ਜੀ ਨੂੰ ਦੇਣੇ। ਪਹਿਲੇ ਜਿਹੜਾ ਇੱਕ ਗਲਾਸ ਹੁੰਦਾ ਸੀ ਪਹਿਲਾਂ ਗੁਰੂ ਜੀ ਨੂੰ ਦੇਣਾ, ਬਾਕੀ ਫਿਰ ਅਸੀਂ ਪੀ ਲੈਂਦੇ ਸੀ, ਔਰ ਉਹ ਸਾਨੂੰ ਆਣ ਵੀ ਨਹੀਂ ਦਿੰਦੇ ਸੀ ਜ਼ਿਆਦਾ, ਚਲੋ ਬੈਠੋ ਅਜੇ ਹੋ, ਜਿਵੇਂ ਜਿਵੇਂ ਲੋਕ ਆਉਂਦੇ ਸੀ। ਪਰ ਉਸ ਟਾਈਮ ਵੀ ਮੈਨੂੰ ਹੁਣ ਉਹਨਾਂ ਦੀ ਗੱਲ ਯਾਦ ਆਉਂਦੀ ਹੈ ਕਿ ਅਗਰ ਜਿਹੜੀ ਗੱਲ ਉਹਨਾਂ ਨੇ ਉਸ ਟਾਈਮ ਕਿਸੇ ਨੂੰ ਕਹਿ ਦਿੱਤੀ ਸੀ, ਇੱਕ ਮੁੰਡਾ ਆਂਦਾ ਸੀ ਮਿਸਟਰ ਭਾਰਦਵਾਜ ਦਾ, ਆਰਡੀਨਰੀ ਬੱਚਾ ਸੀ ਉਹ, ਤੇ ਉਹਨੂੰ ਕਿਹਾ ਚੱਲ ਡਾਕਟਰ ਤੂੰ, ਕੋਈ ਗੱਲ ਕਹੀ ਉਹਨਾਂ ਨੇ, ਚੱਲ ਡਾਕਟਰ ਤੂੰ, ਔਰ ਅੱਜ ਉਹ ਬੱਚਾ ਵੈਟਰਨਰੀ ਡਾਕਟਰ ਹੈ, ਸ਼ਾਇਦ ਅਮਰੀਕਾ ਜਾਂ ਪਤਾ ਨਹੀਂ ਮੈਨੂੰ ਕਿੱਥੇ ਗਿਆ ਬੱਚਾ, ਕੈਨੇਡਾ ਚ ਆਇਆ ਮੈਨੂੰ ਨਹੀਂ ਪਤਾ। ਤੇ ਜਿਹਨੂੰ ਵੀ ਉਹਨਾਂ ਦਾ ਇੱਕ ਹੋਰ ਬੇਟਾ ਹੁੰਦਾ ਸੀ ਤਾਂ ਉਹਨੂੰ ਉਦੋਂ ਤਾਂ ਬਿਲਕੁਲ ਛੋਟੀ ਪੋਸਟ ਤੇ ਸੀ, ਉਹਨਾਂ ਨੂੰ ਮੈਨੇਜਰ ਕਹਿੰਦੇ ਹੁੰਦੇ ਸੀ, ਤਾਂ ਉਹ ਮੈਨੇਜਰ ਹੀ ਰਿਟਾਇਰ ਹੋਏ। ਤਾਂ ਜਦੋਂ ਫਿਰ ਅਸੀਂ ਰੋਜ਼ ਜਾਣ ਲੱਗੇ ਤਾਂ ਮੇਰੇ ਹਸਬੈਂਡ ਤਾਂ ਸਾਨੂੰ ਫਿਰ ਘਰ ਛੱਡ ਕੇ ਫਿਰ ਵੀ ਉਹਨਾਂ ਕੋਲ ਜਾਂਦੇ ਸੀ, ਕਿਉਂਕਿ ਸਕੂਟਰ ਸੀ ਸਾਡੇ ਕੋਲ ਉਸ ਟਾਈਮ। ਗੁਰੂ ਜੀ ਨੂੰ ਜਿੱਥੇ ਜਾਣਾ ਹੁੰਦਾ ਸੀ ਸਕੂਟਰ ਤੇ ਲਿਜਾਂਦੇ ਹੁੰਦੇ ਸੀ ਨਾਲ ਆਪਣੇ, ਤੇ ਜਿੱਥੇ ਵੀ ਉਹਨਾਂ ਨੇ ਜਾਣਾ ਫਿਰ ਕਈ ਵਾਰੀ ਕਾਫੀ ਦੇਰ ਤੱਕ ਰਾਤ ਨੂੰ ਰਹਿਣਾ ਪੈਂਦਾ ਨਾਲ ਉਹਨਾਂ ਦੇ ਜਾਂਦੇ ਹੁੰਦੇ ਸੀ। ਤੇ ਉਹਨਾਂ ਨੇ ਕਹਿਣਾ ਬਈ ਫਲਾਣੇ ਬੰਦੇ ਨੂੰ ਮਿਲੇ, ਚਲੋ ਦੂਜੇ ਨੂੰ ਮਿਲਦੇ, ਸਾਰਿਆਂ ਨੂੰ ਮਿਲ ਕੇ ਇਹਨਾਂ ਨੇ ਆਣਾ। ਤੇ ਫਿਰ ਜ਼ਿਆਦਾ ਇਹ ਲਾਗੇ ਜਾਣ ਤਾਂ ਮੈਂ ਸਵੇਰੇ ਸਵੇਰੇ ਹੀ ਜਾਣਾ, ਦਰਦ ਵਾਸਤੇ ਜਾਂਦੀ ਸੀ। ਤਾਂ ਪਰ ਸਾਨੂੰ ਐਵੇਂ ਲੱਗਦਾ ਨਹੀਂ ਸੀ ਕਿ ਗੁਰੂ ਜੀ, ਅਸੀਂ ਸਮਝ ਨਹੀਂ ਸੀ ਸਕਦੇ ਉਸ ਟਾਈਮ ਗੁਰੂ ਜੀ ਨੂੰ। ਅਸੀਂ ਜਾਂਦੇ ਰਹੇ। ਇੱਕ ਵਾਰੀ ਕਿਹਾ ਹੋਇਆ ਕਿ ਗੁਰੂ ਜੀ ਨੇ ਇਹਨਾਂ ਨੂੰ ਕਿਹਾ, ਕਹਿੰਦੇ ਮੈਨੂੰ ਨਾ ਟੈਕਸੀ ਮੰਗਵਾ, ਮੈਂ ਫਿਰੋਜ਼ਪੁਰ ਜਾਣਾ ਜਾਂ ਫਰੀਦਕੋਟ ਕहीं ਕਿਤੇ ਜਾਣਾ ਸੀ, ਤੇ ਇਹਨਾਂ ਨੇ ਟੈਕਸੀ ਮੰਗਾਈ। ਮੇਰੀ ਛੋਟੀ ਬੇਟੀ ਨਾਲ ਖੜੀ ਸੀ ਉਹਨਾਂ ਦੇ ਗੇਟ ਪਰ। ਜਦੋਂ ਗੱਡੀ ਆਈ ਤਾਂ ਇਹਨਾਂ ਨੂੰ ਕਹਿੰਦੇ ਗੁਰੂ ਜੀ ਕੁਝ ਮੰਗ ਲੈ। ਇਹਨਾਂ ਨੇ ਕਿਹਾ ਨਹੀਂ ਮੈਨੂੰ ਗੁਰੂ ਜੀ ਕੁਝ ਨਹੀਂ ਚਾਹੀਦਾ, ਮੈਨੂੰ ਤਾਂ ਆਸ਼ੀਰਵਾਦ ਹੀ ਦਿਓ ਤੁਸੀਂ। ਉਹਨਾਂ ਨੇ ਕਾਲਰ 'ਚ ਹੱਥ ਆਪਣੇ 'ਚ ਪਾਇਆ ਤੇ ਇਹਨਾਂ ਨੂੰ $1 ਦਿੱਤਾ, ਔਰ ਉਹ ਡਾਲਰ ਇਹਨਾਂ ਨੇ ਰੱਖ ਲਿਆ ਆਪਣੇ ਕੋਲ। ਅੱਛਾ, ਅਸੀਂ ਉਹ ਬਹੁਤ ਸਾਲ ਰੱਖਿਆ, ਬਹੁਤ ਸਾਲ ਸਾਡੇ ਕੋਲ ਰਿਹਾ ਉਹ ਡਾਲਰ। ਤੇ ਫਿਰ ਜਦੋਂ ਇਹ ਬੱਚੇ ਬੜੇ ਹੋਣ ਤਾਂ ਸਮਝ ਨਹੀਂ ਸੀ, ਕਿਉਂਕਿ ਸਾਡਾ ਵਿੱਚ ਗੈਪ ਹੋਏਗਾ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਸਾਡਾ ਗੁਰੂ ਜੀ ਨਾਲ 20 ਸਾਲ ਦਾ ਗੈਪ ਪਿਆ ਸੀ। ਤੇ ਮੇਰੀ ਬੇਟੀ ਨੇ ਕਿਹਾ ਤੁਸੀਂ ਪਤਾ ਨਹੀਂ ਕਿਆ ਕਿਆ ਕਰਵਾਉਂਦੇ ਰਹਿੰਦੇ ਹੋ, ਇਹ ਰੱਖ ਦੋ, ਘੇਰ ਦੋ। ਇਹਨੇ ਘੇਰਤਾ, ਪਰ ਬਹੁਤ ਸਾਲਾਂ ਬਾਅਦ। ਇਸ ਦੇ ਵਿੱਚ ਇਨ ਦੀ ਮੇਨ ਟਾਈਮ ਸਾਨੂੰ
ਗੁਰੂ ਜੀ ਨੇ ਇਹਨਾਂ ਨੂੰ ਕੋਈ ਕੰਮ ਕਿਹਾ, ਅਸੀਂ ਰੋਜ਼ ਜਾਂਦੇ ਸੀ, ਕਈ ਮਹੀਨੇ ਚੱਲਦਾ ਰਿਹਾ ਇਸ ਤਰ੍ਹਾਂ ਹੀ ਕੰਮ। ਉਹਨਾਂ ਨੇ ਕੋਈ ਕੰਮ ਕਿਹਾ ਤਾਂ ਇਹਨਾਂ ਨੇ ਪਹਿਲੇ ਉਹ ਕਰ ਦਿੱਤਾ, ਫਿਰ ਬਾਅਦ ਵਿੱਚ ਮੁੱਕਰ ਗਏ ਉਹਨੂੰ, ਕਿਉਂਕਿ ਉਹ ਜੋ ਮਿਸਟਰ ਭਾਰਦਵਾਜ ਸੀ ਉਹਨਾਂ ਨੇ ਇਹਨਾਂ ਨੂੰ ਉਲਟੀਆਂ ਸਿੱਧੀਆਂ ਪੜਾਤੀਆਂ ਕਿ ਗੁਰੂ ਜੀ ਇਹ ਹੈ, ਇਹਨਾਂ ਦਾ ਨਾਮ ਇਹ ਹੈ, ਇੱਥੇ ਦੇ ਰਹਿਣ ਵਾਲੇ ਆ, ਕੁਛ ਨਹੀਂ ਹੈ, ਇਹ ਹੋਇਆ। ਅੱਛਾ, ਇਹ ਵੀ ਛੋਟੀ ਉਮਰ ਸੀ ਤਾਂ ਮਤਲਬ ਆ ਗਏ ਉਹਨਾਂ ਦੀ ਗੱਲਾਂ 'ਚ। ਖੈਰ, ਆਪਣੇ ਸਾਡੇ ਮਾੜੇ ਕਰਮ ਜਿਹੜੇ ਸੀ ਉਹਨਾਂ ਨੇ ਦਸਤਕ ਦੇਤੀ ਸੀ ਉਸ ਟਾਈਮ, ਇਹਨਾਂ ਨੇ ਵੀ ਉਹਨਾਂ ਦੀ ਗੱਲਾਂ 'ਚ ਆ ਕੇ ਉਹਨਾਂ ਨੂੰ ਗੁਰੂ ਜੀ ਨੂੰ ਮੁੱਕਰ ਗਏ ਕਿ ਨਹੀਂ ਮੈਂ ਨਹੀਂ ਕਰੂੰਗਾ। ਤਾਂ ਫਿਰ ਉਹਨਾਂ ਨੇ ਉਹ ਕੰਮ ਇਹਨਾਂ ਨੂੰ ਵਾਪਸ ਕਰਤਾ ਕਿ ਵੀ ਨਹੀਂ ਕੋਈ ਗੱਲ ਨਹੀਂ। ਅੱਛਾ, ਫਿਰ ਇਹਨਾਂ ਨੇ ਆਣਾ ਜਾਣਾ ਥੋੜਾ ਜਿਹਾ ਘਟ ਗਿਆ, ਇਹਨਾਂ ਦਾ ਘਟ ਗਿਆ। ਤਾਂ ਸਾਨੂੰ ਲਾਸਟ ਵਿੱਚ ਅਸੀਂ ਫਿਰ ਇੰਨੇ ਵਿੱਚ ਜਦੋਂ ਇੰਦਰਾ ਗਾਂਧੀ ਦੀ ਡੈਥ ਹੋਈ ਅਸੀਂ ਮੋਹਾਲੀ ਤੋਂ ਪੰਚਕੂਲਾ ਸ਼ਿਫਟ ਕਰ ਗਏ। ਮੋਹਾਲੀ ਪੰਚਕੂਲਾ ਸ਼ਿਫਟ ਕਰੇ ਤਾਂ ਮੈਨੂੰ ਯਾਦ ਹੈ ਗੁਰੂ ਜੀ ਮੈਨੂੰ ਲਾਸਟ ਵਾਰੀ 85 ਵਿੱਚ ਸਾਡੇ ਘਰ ਆਏ ਗੁਰੂ ਜੀ, ਕਿਉਂਕਿ ਮੇਰੀ ਲੋਅਰ ਬੈਕ 'ਚ ਵੀ ਉਦੋਂ ਦਰਦ ਸੀ। ਤਾਂ ਉਹਨਾਂ ਨੇ ਚਮਚ ਲੈ ਕੇ ਬੈਡਰੂਮ 'ਚ ਮੈਨੂੰ ਚਮਚ ਨਾਲ ਕੁਝ ਕਰਿਆ ਉੱਪਰ ਪਿੱਠ ਦੇ ਔਰ ਕਿਹਾ ਵੀ ਤੇਰੀ ਦਰਦ ਇਸ ਨਾਲ ਠੀਕ ਹੋ ਗਈ। ਅੱਛਾ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕਦੇ ਕਦੇ ਸੁਣਨ ਨੂੰ ਮਿਲਦਾ ਸੀ ਉਹ ਮਿਸਟਰ ਭਾਰਦਵਾਜ ਜਿਹੜੇ ਸੀ ਉਹ ਇਨ ਟੱਚ ਸੀ ਗੁਰੂ ਜੀ, ਇਹਨਾਂ ਨੂੰ ਹਟਾਤਾ ਤੇ ਆਪ ਇਨ ਟੱਚ ਸੀ ਔਰ ਇਹਨਾਂ ਨੂੰ ਦੱਸਿਆ ਕਿ ਵੀ ਇਹ ਜਲੰਧਰ ਚਲੇ ਗਏ ਗੁਰੂ ਜੀ। ਸਾਨੂੰ ਵੀ ਨਹੀਂ ਪਤਾ ਸੀ, ਅਸੀਂ ਵੀ ਆਈ ਗਈ ਕਰਤੀ ਵੀ ਨਹੀਂ, ਕਿਉਂਕਿ ਸਾਡਾ ਅਸੀਂ ਕੋਇਲੇ ਦਾ ਕੰਮ ਕਰਦੇ ਸੀ। ਗੁਰੂ ਜੀ ਦੀ ਮਿਹਰ ਨਾਲ ਇੰਨਾ ਕੰਮ ਵੱਧ ਗਿਆ ਸੀ ਸਾਡਾ ਕਿ ਬਹੁਤ ਜ਼ਿਆਦਾ ਮਿਹਰ ਸੀ ਉਹਨਾਂ ਦੀ ਉਸ ਟਾਈਮ, ਬਹੁਤ ਜ਼ਿਆਦਾ ਤੇ ਮੈਨ ਪਾਵਰ ਬਹੁਤ ਸੀ ਤੇ ਅੱਛਾ ਕੰਮ ਸੀ ਸਾਡਾ। ਫਿਰ ਜਦੋਂ ਅਸੀਂ ਕੋਈ ਮਤਲਬ ਪਰਵਾਹੀ ਨਹੀਂ ਕੀਤੀ ਕਿ ਵੀ ਕਿੱਥੇ ਹੈ ਗੁਰੂ ਜੀ, ਕਿੱਥੇ, ਨਾ ਹੀ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਜਦ ਕਿ ਗੁਰੂ ਜੀ 96 ਵਿੱਚ ਪੰਚਕੂਲਾ ਮਿਸਟਰ ਅਹੂਜਾ, ਜਨਰਲ ਅਹੂਜਾ ਹੈ, ਉਹਨਾਂ ਦੇ ਘਰ ਵੀ ਆਏ, 6 ਮਹੀਨੇ ਉੱਥੇ ਰੁਕੇ ਉਹ। ਔਰ ਸਾਡੀ ਲੇਨ ਵਿੱਚ ਹੀ 3-4 ਘਰ ਛੱਡ ਕੇ ਉਹ ਕਿਸੇ ਦੇ ਆਰਮੀ ਵਾਲਿਆਂ ਦੇ ਘਰ ਆਏ ਸੀ। ਤਾਂ ਸਾਨੂੰ ਨਹੀਂ ਪਤਾ ਲੱਗਾ ਕਿਉਂਕਿ ਸਾਡੇ ਇੰਨੇ ਮਾੜੇ ਕਰਮ ਹੋ ਚੁੱਕੇ ਸੀ ਕਿ ਵੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਗੁਰੂ ਜੀ ਕਿਤੇ, ਨਾ ਹੀ ਅਸੀਂ ਚਾਹਵਾਨ ਸੀ ਕਿ ਅਸੀਂ ਗੁਰੂ ਜੀ ਨੂੰ ਮਿਲੀਏ ਕਿਉਂਕਿ ਉਹ ਸਾਡੇ ਕਰਮ ਨਹੀਂ ਸੀ ਮਿਲਣ ਦੇ ਰਹੇ ਸਾਨੂੰ। ਤਾਂ ਨਾ ਹੀ ਅਸੀਂ, ਕਿਉਂਕਿ ਵਾਕਿੰਗ ਡਿਸਟੈਂਸ ਤੇ ਸੀ ਮਿਸਟਰ ਅਹੂਜਾ ਦਾ ਘਰ, ਪਰ ਉੱਥੇ ਵੀ ਅਸੀਂ ਨਹੀਂ ਗਏ ਉਹਨਾਂ ਕੋਲ। ਫਿਰ ਸਾਡਾ ਟਾਈਮ ਆਹਿਸਤਾ ਆਹਿਸਤਾ ਬਹੁਤ ਪੀਕ ਤੇ ਆ ਕੇ ਡਾਊਨਫਾਲ ਸ਼ੁਰੂ ਹੋ ਗਈ। ਡਾਊਨਫਾਲ ਵੀ ਇੰਨੀ ਹੋਈ ਕਿ ਸ਼ੁਰੂ ਕੇ ਵੀ ਸਾਨੂੰ ਬੈਂਕ ਦਾ ਲੋਨ ਸੀ 2 ਕਰੋੜ ਉਹ ਦੇਣਾ ਸੀ ਤੇ ਸਾਡਾ ਘਰ ਬਣ ਗਿਆ ਸੀ, ਜ਼ਮੀਨਾਂ ਸੀ ਸਾਡੇ ਕੋਲ, ਤਾਂ ਬੰਦੇ ਸੀ ਤਾਂ ਪਰ ਕੰਮ ਜਿਹੜਾ ਸੀ ਉਹ ਖਤਮ ਹੋਣਾ ਸ਼ੁਰੂ ਹੋ ਗਿਆ। 96 ਤੋਂ ਹੀ ਹੋ ਗਿਆ ਸੀ ਵੈਸੇ ਸ਼ੁਰੂ, ਪਰ 2001 ਦਸੰਬਰ 'ਚ ਮੇਰੀ ਬੜੀ ਬੇਟੀ ਦੀ ਸ਼ਾਦੀ ਹੋਈ ਤਾਂ ਜਦੋਂ ਉਸ ਬੇਟੀ ਦੀ ਸ਼ਾਦੀ ਹੋਈ ਤਾਂ ਉਸ ਤੋਂ ਬਾਅਦ ਤਾਂ ਨਾ ਇਹਨਾਂ ਨੇ ਮੈਨੂੰ ਦੱਸਿਆ ਕਿ ਵੀ ਸਾਡੇ ਬਿਜ਼ਨਸ 'ਚ ਲਾਸ ਹੋ ਰਿਹਾ, ਮੈਂ ਉਸ ਤਰ੍ਹਾਂ ਹੀ ਖਰਚਾ ਕਰਿਆ ਬੇਟੀ ਦੇ ਵਿਆਹ ਨੂੰ ਜਿਸ ਤਰ੍ਹਾਂ ਸੋਚਦੀ ਸੀ ਕਿ ਅਸੀਂ ਕਰ ਸਕਦੇ ਹਾਂ। ਅਸੀਂ ਅੱਛੀ ਖਾਸੀ ਸ਼ਾਦੀ ਕਰੀ ਔਰ ਜਦੋਂ ਉਸ ਬੇਟੀ ਦੀ ਸ਼ਾਦੀ ਹੋਈ ਉਸ ਤੋਂ ਬਾਅਦ ਸਾਡੇ ਡਾਊਨਫਾਲ ਇੱਥੇ ਤੱਕ ਸ਼ੁਰੂ ਹੋ ਗਈ ਕਿ ਵੀ ਅਸੀਂ ਸੋਚਦੇ ਹੁੰਦੇ ਸੀ ਵੀ ਗੱਡੀ ਦੀ ਕਿਸ਼ਤ ਕਿਵੇਂ ਦਈਏ ਔਰ ਮਕਾਨ ਮੈਂ ਕਿਰਾਏ ਤੇ ਦਿੱਤਾ ਸੀ, ਫਿਰ ਅਸੀਂ ਆਪਣੀ ਰੋਟੀ ਚਲਾਈਏ ਉਸ ਦੇ ਨਾਲ। ਤਾਂ ਫਿਰ ਇੱਕ ਮੇਰੀ ਬੇਟੀ ਛੋਟੀ BDS ਕਰ ਰਹੀ ਸੀ, ਉਦੋਂ BDS ਕਰਦੀ ਸੀ ਤਾਂ ਉੱਥੇ ਗੁਰੂ ਇਹਦਾ 2004 ਵਿੱਚ ਇਹਦੀ ਪੂਰੀ ਹੋਈ BDS। ਉਸੇ ਸਾਲ ਵਿੱਚ ਗੁਰੂ ਜੀ ਇਹਨਾਂ ਦੇ ਕਾਲਜ ਵਿੱਚ ਹਿਮਾਚਲ 'ਚ ਆਏ ਤਾਂ ਇਹਦੀ ਕੁਲੀਗ ਨੇ ਕਿਸੇ ਨੇ ਕਿਹਾ ਕਿ ਲਿਪਿਕਾ ਗੁਰੂ ਜੀ ਇੱਕ ਆ ਰਹੇ ਹੈ ਕਾਲਜ ਵਿੱਚ, ਤੁਸੀਂ ਚੱਲੋ, ਤੂੰ ਚੱਲ ਸਾਡੇ ਨਾਲ। ਇਹ ਕਹਿੰਦੀ ਮੈਂ ਨਹੀਂ, ਕਿਉਂਕਿ ਇਸ ਤੋਂ ਪਹਿਲੇ ਅਸੀਂ ਇੰਨੇ ਮੈਂ ਜਾ ਚੁੱਕੀ ਸੀ ਪੰਡਤਾਂ ਕੋਲ, ਇੰਨੇ ਮੈਂ ਪਾਠ ਕਰਨੇ, ਮੈਂ ਖੁਦ ਵੀ ਪਾਠ ਕਰਨੇ, ਇੰਨੇ ਜਾਦੂ ਟੋਣੇ ਵਾਲਿਆਂ ਕੋਲ ਪਤਾ ਨਹੀਂ ਕਿਆ ਕਿਆ ਅਸੀਂ ਕਰਵਾਇਆ, ਬਹੁਤ ਪੈਸਾ ਵੇਸਟ ਕਰਿਆ ਸੀ। ਜੋ ਸਾਨੂੰ ਕਿਸੇ ਨੇ ਕਿਹਾ ਸੀ ਉਹੀ ਕਰਿਆ, ਪਰ ਇਹ ਨਹੀਂ ਸਮਝਿਆ ਕਿ ਵੀ ਇਹ ਕਿਆ ਹੋ ਰਿਹਾ। ਅੱਛਾ, ਫਿਰ ਇਹ ਕਹਿੰਦੀ ਮੈਂ ਨਹੀਂ ਜਾਣਾ। ਅੱਛਾ, ਫਿਰ ਉਹ ਇੱਕ ਮੁੰਡਾ ਸਾਡਾ ਰਿਸ਼ਤੇਦਾਰ ਹੀ ਸੀ ਇੱਕ ਤਰ੍ਹਾਂ ਦਾ, ਉਹ ਸਾਡੇ ਕੋਲ ਆਣਾ ਡੇਲੀ ਸ਼ੁਰੂ ਹੋ ਗਿਆ ਪੰਚਕੂਲਾ ਬੱਦੀ ਤੋਂ। ਉਹਨਾਂ ਨੇ ਕਹਿਣਾ ਆਂਟੀ ਗੁਰੂ ਜੀ ਇਹ ਹੈ, ਗੁਰੂ ਜੀ ਉਹ ਹੈ, ਗੁਰੂ ਜੀ ਉਹ ਹੈ। ਉਹਨੇ ਸਾਨੂੰ ਰੋਜ਼ ਕਨਵਿੰਸ ਕਰਨਾ, ਅਸੀਂ ਕਹਿਣਾ ਵੀ ਦੇਖ ਤੂੰ ਨਾ ਆਇਆ ਕਰ, ਅਸੀਂ ਨਹੀਂ ਜਾਣਾ ਗੁਰੂ ਜੀ ਕੋਲ, ਕਿਉਂਕਿ ਅੱਜ ਕੱਲ ਨਹੀਂ ਹੈ ਜ਼ਮਾਨਾ ਗੁਰੂ ਜੀ ਦਾ। ਆਖਿਰਕਾਰ ਫਿਰ ਸਾਨੂੰ ਪਤਾ ਨਹੀਂ ਕਿਆ ਹੋਇਆ, ਇੱਕ ਵਾਰੀ ਮੈਨੂੰ ਕਹਿੰਦਾ ਤੁਸੀਂ ਆਂਟੀ ਤੁਸੀਂ ਜਾ ਕੇ ਤਾਂ ਦੇਖੋ। ਉਹਨੇ ਸਾਨੂੰ ਪੂਰਨਮਾਸ਼ੀ ਦਾ ਪ੍ਰਸ਼ਾਦ ਵੀ ਪਹੁੰਚਾਉਣਾ ਸ਼ੁਰੂ ਕਰਿਆ ਆਪਣੇ ਕਾਲਜ ਤੋਂ, ਪਰ ਉੱਥੇ ਪ੍ਰਸ਼ਾਦ ਲਗਾ ਕੇ ਸਾਨੂੰ ਦੇ ਕੇ ਜਾਣਾ ਘਰ। ਤਾਂ ਅਸੀਂ ਫਿਰ ਪਤਾ ਨਹੀਂ ਅਸੀਂ ਮੰਨ ਗਏ ਉਹਦੇ ਕੋਲ, ਅਸੀਂ ਚਲੋ ਜਾਏਂਗੇ ਤੇਰੇ ਨਾਲ। ਮੈਂ ਹਸਬੈਂਡ ਨੂੰ ਕਿਹਾ, ਹਸਬੈਂਡ ਕਹਿੰਦੇ ਚਲੋ ਤੁਸੀਂ ਆਪਣੀ ਗੱਡੀ ਤੇ ਆਪਣੇ ਡਰਾਈਵਰ ਨਾਲ ਜਾਇਓ, ਕਿਸੇ ਨਾਲ ਨਹੀਂ ਜਾਣਾ। ਤੇ ਅਸੀਂ, ਮੈਂ, ਮੇਰੀ ਛੋਟੀ ਬੇਟੀ, ਅਸੀਂ ਗਏ ਦਿੱਲੀ ਇੰਪਾਇਰ ਸਟੇਟ 'ਚ ਗੁਰੂ ਜੀ ਕੋਲ। ਜਦੋਂ ਮੈਂ ਗੈਲਰੀ 'ਚ ਐਂਟਰ ਕਰਿਆ ਤਾਂ ਉੱਥੇ ਦੇਖਿਆ ਕਿ ਗੁਰੂ ਜੀ ਦੀ ਉਸੇ ਦੀ ਫੋਟੋ ਲੱਗੀ ਹੈ ਔਰ ਉਸ ਟਾਈਮ ਗੁਰੂ ਜੀ ਦੇ ਕੋਈ ਵਾਲ ਨਹੀਂ ਸੀ। ਔਰ ਜਦੋਂ ਅਸੀਂ 36 ਸੈਕਟਰ ਜਾਂਦੇ ਸੀ ਤਾਂ ਉਹਨਾਂ ਦੇ ਵਾਲ ਸੀ, ਲੁੰਗੀ ਪਾਉਂਦੇ ਹੁੰਦੇ ਸੀ, ਬਿਲਕੁਲ ਛੋਟੀ ਜਿਹੀ ਉਮਰ ਦੇ ਸੀ, ਜਿਵੇਂ ਇੱਕ ਮਤਲਬ ਛੋਕਰਾ ਟਾਈਪ ਸੀ। ਅਸੀਂ ਉੱਥੇ ਗਏ ਤਾਂ ਮੈਂ ਉਹਨੂੰ ਮੁੰਡੇ ਨੂੰ ਕਿਹਾ, ਮੈਂ ਕਿਹਾ ਤੂੰ ਮੈਨੂੰ ਕਿਉਂ ਲਿਆਇਆ ਇੱਥੇ, ਵੀ ਮੈਂ ਤੇ ਇਹਨਾਂ ਨਾਲ ਮਿਲੀ ਹੈ, ਹੁਣ ਤਾਂ ਬਾਲ ਨਹੀਂ ਇਹਨਾਂ ਦੇ, ਤੂੰ ਅਸੀਂ ਵਾਪਸ ਚੱਲਦੇ ਹਾਂ। ਤਾਂ ਉਹ ਕਹਿੰਦੇ ਨਹੀਂ ਆਂਟੀ ਇੰਨੀ ਦੂਰ ਤੋਂ ਤੁਸੀਂ ਆਏ ਹੈ, ਤਾਂ ਦਿੱਲੀ ਤੁਸੀਂ ਆਏ, ਤੁਸੀਂ ਬੈਠੋ ਤਾਂ ਸਹੀ। ਅੱਛਾ, ਇੰਨੇ ਚ ਸਾਨੂੰ ਗੁਰੂ ਜੀ ਦਿਖੇ ਬੈਠੇ।
किचन दे अगे बैठे सी, ड्रेस विच नहीं सी, अपने चोले विच नहीं सी, खाली पैंट बुशर्ट पाई सी शायद इन्होंने। तो जिस तरह ही असी जाके मत्था टेकिया, उन्होंने मत्था टेकिया, असी भी गुरु जी का मत्था टेकिया, असी बैठ गए। तो मैनू कहंदे तू मैनू पहले नहीं मिली? मैं उन्होंने कहा हाँ जी गुरु जी, मैं थोनू 36 सैक्टर मिली है। कहंदे बैठ जा, मेरा दिमाग ना चट्टी। अच्छा, मैनू होर गुस्सा आ गया। मैं कहा भी देखो असी इन्नी मुश्किल ते आए हैं और मैनू गुरु जी ने फिर रंटिया। मेरी बेटी पहले ही नेगेटिव सी, तो ये कवे कुछ नहीं, तुसी मैनू हाथ लगाए कि चलो असी वापस चलीए इत्थे ते। असी कहा नहीं नहीं बैठ जे थोड़ी देर तक। फिर असी खड़े होए तो कहंदे ए तेरी की लगदी है? मैं कहा जी बेटी। कहंदे ए तां तेरी भैन लगदी है। मैं कहा नहीं जी बेटी की करदी है? मैं कहा जी BDS, किसी बच्चे ने कहा गुरु जी BDS कर रही है। तो कहंदे ए भी 32 दंदां दा सर्वनाश। वो कहंदे हुंदे सी बस एवें जोक विच कहंदे सी। खैर असी बैठ गए, इन्ने च फिर गुरु जी अंदर गए, चोला पहन के आए अपना, और जिमें ही अपनी गद्दी ते बैठे असी भी बैठ के जाके विच। पहले गुरबाणी लगी सी, किसी ने गुरबाणी लाई सी, असी बैठे रहिए। तो थोड़ी देर च क्या होया, मेनका गांधी आई, उन्हें गुरबाणी हटाई और लट्ठे दी चादर लगाता उत्थे। अच्छा, सानू होर तकलीफ हो गई बई इत्थे कोई माहौल ही नहीं है गुरु जी वाला। असी क्या वो गुरु जी तो वो वाले तो बिल्कुल नहीं है। इन्ने च असी देखा कि कोई गुरु जी दे पैर दबा रहा, कोई लेडी हथ दबा रही है, कोई कुछ कर रहा। था बेटी मेरी कहती देखो ये कोई गुरु जी थोड़ी है, चलो। असी ऑलमोस्ट पिट करके दोनों माँ बेटी बैठ गई गुरु जी की तरफ से। ना साडे महबूबा मुफ्ती थी या क्या है, चीफ मिनिस्टर सी उस टाइम JNK दी। अच्छा, असी देखी भी ये जनानी किते देखी है। ਜਦੋਂ ਅਸੀਂ ਦੇਖਿਆ, ਚਲੋ ਅਸੀਂ ਖੈਰ ਬੈਠੇ ਰਹੇ ਜੀ। ਇੰਨੇ ਚ ਗੁਰੂ ਜੀ ਨੇ ਮੇਰੀ ਬੇਟੀ ਨੂੰ ਹੱਥ ਮਾਰ ਕੇ ਬੁਲਾਇਆ ਆਪਣੇ ਕੋਲ। ਤਾਂ ਅਸੀਂ ਦੇਖਿਆ ਨਹੀਂ, ਉਹਨਾਂ ਨੇ 2-3 ਵਾਰੀ ਬੁਲਾਇਆ। ਤਾਂ ਇਹਦਾ ਜੂਨੀਅਰ ਸੀ ਇੱਕ ਬੱਚਾ ਕਿ ਮੈਮ ਆਪਕੋ ਬੁਲਾ ਰਹੇ ਹਾਂ ਗੁਰੂ ਜੀ। ਤਾਂ ਇਹ ਕਿ ਮੈਂ ਨਹੀਂ ਜਾਊਂਗੀ ਹੁਣ। ਤਾਂ ਜਦੋਂ ਮੈਂ ਮੱਥਾ ਟੇਕਿਆ ਸੀ ਪਹਿਲੇ ਗੁਰੂ ਜੀ ਨੂੰ, ਤਾਂ ਕਹਿੰਦੇ ਕੀ ਕਰਦੀ ਹੈ? ਮੈਂ ਕਿਹਾ ਗੁਰੂ ਜੀ ਇਹਨੇ ਨਾ ਬਾਹਰ ਜਾਣਾ। ਅੱਛਾ, ਅਸੀਂ ਸੋਚਦੇ ਸੀ ਕਿ ਇਹਨੂੰ ਬਾਹਰ ਭੇਜ ਦਈਏ, ਉੱਥੇ ਸੈਟਲ ਹੋ ਜਾਏਗੀ। ਮੈਂ ਕਿਹਾ ਜੀ ਇਹਨੂੰ ਤੁਸੀਂ ਆਸ਼ੀਰਵਾਦ ਦਿਓ। ਉਦੋਂ ਵੀ ਮੈਨੂੰ ਉਹਨਾਂ ਨੇ ਇਹੀ ਕਿਹਾ ਸੀ ਕਿ ਆਸ਼ੀਰਵਾਦ ਹੈਗਾ ਇਹਦੇ ਕੋਲ। ਤਾਂ ਜਦੋਂ ਫਿਰ ਉਹ ਤੀਜੀ ਵਾਰੀ ਬੁਲਾਇਆ ਤਾਂ ਮੁੰਡੇ ਨੇ ਕਿਹਾ ਕਿ ਵੀ ਨਹੀਂ ਤੂੰ ਆਂਟੀ ਜਾਓ ਉੱਥੇ। ਅਸੀਂ ਫਿਰ ਚਲੇ ਗਏ ਗੁਰੂ ਜੀ ਕੋਲ ਗਏ। ਤਾਂ ਫਿਰ ਕਿਹਾ, ਮੈਂ ਉਹੀ ਗੱਲ ਉਹਨਾਂ ਨੂੰ ਫਿਰ ਕਹੀ, ਮੈਂ ਗੁਰੂ ਜੀ ਇਹਨੇ ਬਾਹਰ ਜਾਣਾ ਕਿ ਇਹਨੂੰ ਤੁਸੀਂ ਆਸ਼ੀਰਵਾਦ ਦਿਓ। ਕਹਿੰਦੇ ਤੂੰ ਵਿਆਹ ਕਰ ਕੁੜੀ ਦਾ। ਅੱਛਾ, ਫਿਰ ਮੈਂ ਸੋਚਾਂ ਵੀ ਵਿਆਹ ਕਰ, ਅਸੀਂ ਤਾਂ ਇੰਨੇ ਹਾਲਾਤ ਖਰਾਬ ਹੈ, ਅਸੀਂ ਵਿਆਹ ਕੁੜੀ ਦਾ ਕਿੱਥੇ ਕਰਨਾ। ਤਾਂ ਕਹਿੰਦੇ, ਮੈਂ ਕਿਹਾ ਜੀ ਆਸ਼ੀਰਵਾਦ ਦਿਓ, ਇਹਨੇ ਕਲੀਨਿਕ ਵੀ ਖੋਲਣੀ। ਕਹਿੰਦੇ ਇਹਦੇ ਕੋਲ ਹੈਗਾ ਆਸ਼ੀਰਵਾਦ। ਤਾਂ ਆਪਣੇ ਹੱਥ ਨਾਲ ਇਸ਼ਾਰਾ ਕਰਕੇ ਸਾਨੂੰ ਉਹਨੂੰ ਕਹਿੰਦੇ ਚੱਲ ਐਸ਼ ਕਰ, ਬੇਟੀ ਨੂੰ ਕਹਿੰਦੇ। ਅੱਛਾ, ਫਿਰ ਅਸੀਂ ਆਗੇ ਲੰਗਰ ਕਰ ਲਿਆ। ਖੈਰ ਅਸੀਂ ਲੰਗਰ ਕਰਕੇ ਜਦੋਂ ਆਣ ਲੱਗੇ ਸਾਰਿਆਂ ਨੇ ਫਿਰ ਮੱਥਾ ਟੇਕਿਆ, ਅਸੀਂ ਵੀ ਮੱਥਾ ਟੇਕਿਆ। ਅੱਗੇ ਉਹਨਾਂ ਬੱਚਿਆਂ ਨੂੰ ਕਹਿੰਦੇ ਸੀ ਜਾਓ ਬੱਦੀ ਵਾਲੇ ਘਰ। ਤਾਂ ਉਸ ਦਿਨ ਕਹਿੰਦੇ ਪੰਚਕੂਲੇ ਵਾਲੇ ਜਾਓ। ਅਸੀਂ 11 ਵਜੇ ਉੱਥੋਂ ਵਾਪਸ ਆ ਗਏ। ਤਾਂ ਸਾਰੇ ਰਸਤੇ ਜਦੋਂ ਵੀ ਮੈਂ ਆਈ, ਅਸੀਂ ਮੈਨੂੰ ਕਿਸੇ ਨੇ ਛੋਟਾ ਜਿਹਾ ਸਵਰੂਪ ਵੀ ਦਿੱਤਾ ਗੁਰੂ ਜੀ ਦਾ ਉੱਤੇ। ਮੈਂ ਬੇਬਾਨ ਨਾਲ ਉਹ ਪਰਸ ਵਿੱਚ ਰੱਖ ਲਿਆ। ਤਾਂ ਜਦੋਂ ਅਸੀਂ ਚੱਲੇ, ਸਾਰੀ ਰਸਤੇ ਜਿੰਨੀ ਦੇਰ ਅਸੀਂ ਜਾਗਦੇ ਰਹੇ ਤਾਂ ਨੈਗੇਟਿਵਿਟੀ ਸਾਡੇ ਅੰਦਰ ਇੰਨੀ ਭਰ ਚੁੱਕੀ ਸੀ ਕਿ ਅਸੀਂ ਕੋਸਦੇ ਗਏ ਆਪਣੇ ਆਪ ਨੂੰ ਵੀ ਅਸੀਂ ਕਿਉਂ ਗਏ ਉੱਥੇ। ਤਾਂ ਉਹਨੂੰ ਮੁੰਡੇ ਨੂੰ ਵੀ ਅਸੀਂ ਕਹਿੰਦੇ ਗਏ, ਜਿਹੜੇ ਸਾਡਾ ਬੱਚੇ ਗਏ, ਵੀ ਤੁਸੀਂ ਸਾਨੂੰ ਕਿਉਂ ਲੈ ਕੇ ਗਏ? ਉਹ ਕਹਿੰਦੇ ਨਹੀਂ ਆਂਟੀ ਐਸਾ ਕੁਝ ਨਹੀਂ। ਫਿਰ ਜਦੋਂ ਅਸੀਂ ਇੱਕ ਬੱਚੇ ਨੂੰ ਪਹਿਲੇ ਉਤਾਰਿਆ, ਗੱਡੀ ਸਾਡੀ ਸੀ। ਤਾਂ ਜਦੋਂ ਬੱਚੇ ਨੂੰ ਇੱਕ ਨੂੰ ਚੰਡੀਗੜ੍ਹ ਕਿਸੇ ਹੋਰ ਸੈਕਟਰ ਉਤਾਰਿਆ, ਤਾਂ ਜਦੋਂ ਦੂਜੇ ਨੂੰ ਉਤਾਰਿਆ ਅਸੀਂ, ਦੂਜੇ ਨੂੰ ਉਤਾਰ ਕੇ ਜਦੋਂ ਉਹ ਗੱਡੀ ਤੇ ਉਤਰਿਆ ਬੱਚਾ, ਸਾਡੀ ਗੱਡੀ ਦੀ ਕਲਚ ਵਾਇਰ ਟੁੱਟ ਗਈ। ਕਲਚ ਵਾਇਰ ਟੁੱਟੀ ਔਰ ਉਹ ਡਰਾਈਵਰ ਸਾਡਾ ਕਹੇ ਕਿ ਵੀ ਇਹ ਤਾਂ ਗੱਡੀ ਚੱਲੇਗੀ ਨਹੀਂ ਜੀ ਹੁਣ। ਅਸੀਂ ਕਿਹਾ ਵੀ ਹੁਣ ਫਿਰ ਕੀ ਕਰੀਏ? ਅਸੀਂ ਘਰ ਮੈਂ ਫੋਨ ਕਰਿਆ ਹਸਬੈਂਡ ਨੂੰ। ਤਾਂ ਉਹ ਕਹਿੰਦੇ ਡਰਾਈਵਰ ਨੂੰ ਫੋਨ ਤੇ ਗੱਲ ਕਰੀ, ਕਹਿੰਦੇ ਤੂੰ ਬੈਠ ਗੱਡੀ ਕੋਲ, ਇਹਨਾਂ ਨੂੰ ਆਟੋ ਕਰਕੇ ਇਹਨਾਂ ਨੂੰ ਘਰ ਭੇਜ ਦੇ। ਅਸੀਂ ਪੰਚਕੂਲਾ ਆਣਾ ਸੀ ਚੰਡੀਗੜ੍ਹ ਤੋਂ। ਖੈਰ ਜੀ ਅਸੀਂ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ ਆਟੋ ਤੋਂ। ਮੈਨੂੰ ਆਟੋ ਦੇ ਵਿੱਚ ਹੀ ਬੁਖਾਰ ਹੋ ਗਿਆ। ਬੁਖਾਰ ਉਹ ਮੇਰਾ 15 ਦਿਨ ਬੁਖਾਰ ਨਹੀਂ ਹਟਿਆ। ਆ ਕੇ ਮੈਂ ਘਰ ਇਹਨਾਂ ਨੂੰ ਦੱਸਿਆ ਕਿ ਮੈਂ ਕਿਹਾ ਉਹੀ ਗੁਰੂ ਜੀ ਹੈ, ਉੱਥੇ ਕੁਛ ਨਹੀਂ ਸੀ, ਉੱਥੇ ਇਹ ਮਾਹੌਲ ਹੋ ਗਿਆ, ਇਹ ਹੋ ਗਿਆ। ਤਾਂ ਕਿ ਮੈਂ ਇਹ ਕਿਹਾ ਮੈਂ ਤੁਹਾਨੂੰ ਪਹਿਲੇ ਮਨਾ ਕਰੀ ਸੀ ਨਹੀਂ ਜਾਓ ਕਿਤੇ ਵੀ। ਖੈਰ ਅਸੀਂ ਜੀ ਰੋਜ਼ ਅਸੀਂ ਇਹੀ ਕਰਨਾ, ਫਿਰ ਗੱਲ ਇਹੀ ਕਰਨੀ ਕਿ ਵੀ ਨਹੀਂ। ਅੱਛਾ, ਜਦੋਂ ਮੇਰਾ ਬੁਖਾਰ ਇੰਨੇ ਦਿਨ ਨਹੀਂ ਉਤਰਤਾ, ਮੇਰੀ ਬੇਟੀ ਕਹਿੰਦੀ, ਮੇਰੀ ਬੇਟੀ ਨੇ ਕਲੀਨਿਕ ਖੋਲੀ ਸੀ ਉਸ ਟਾਈਮ ਵੀ, ਕਿ ਮੰਮੀ ਹੋ ਸਕਦਾ ਫਿਰ ਗੁਰੂ ਜੀ ਦਾ ਕੁਝ ਐਸਾ ਨਾ ਹੋ, ਤੁਸੀਂ ਉਹਨਾਂ ਤੇ ਮਾਫੀ ਮੰਗ ਲਓ। ਤੁਸੀਂ ਇੰਨਾ ਕੁਝ ਬੋਲੇ, ਉਹਨਾਂ ਨੂੰ ਬੋਲਦੇ ਆ ਵੀ ਅਸੀਂ ਵੀ ਗੁਰੂ ਜੀ ਕੁਝ ਨਹੀਂ ਹੈ, ਤੁਸੀਂ ਉਹਨਾਂ ਤੇ ਮਾਫੀ ਮੰਗੋ। ਅਸੀਂ ਫਿਰ ਮੈਂ ਆਪਣੇ ਮਨ ਵਿੱਚ ਹੀ ਮਾਫੀ ਮੰਗੀ, ਗੁਰੂ ਜੀ ਅਗਰ, ਕਿਉਂਕਿ ਅਸੀਂ ਤਾਂ ਇਨਸਾਨ ਹੈ, ਹੋ ਸਕਦਾ ਸਾਡੇ ਤੋਂ ਗਲਤੀ ਹੋਗੀ ਔਰ ਸਾਨੂੰ ਮਾਫ ਕਰ ਦਿਓ ਅਗਰ ਕੋਈ ਐਸੀ ਗੱਲ ਹੈ ਤਾਂ। ਫਿਰ ਪਤਾ ਨਹੀਂ ਕਿਆ ਮੇਰਾ ਬੁਖਾਰ ਉਤਰਿਆ। ਅੱਛਾ, ਉਸ ਤੋਂ ਬਾਅਦ ਮੇਰੀ ਬੇਟੀ ਨੇ ਕਲੀਨਿਕ 'ਚ ਬੈਠੇ ਰਹਿਣਾ ਕਿ ਗੁਰੂ ਜੀ ਦੇ ਸਕੈਚ ਬਣਾਉਣੇ ਸ਼ੁਰੂ ਕਰਤੇ। ਇਹ ਸਾਇੰਸ ਸਟੂਡੈਂਟ ਸੀ ਪਰ ਇਹਨੂੰ ਡਰਾਇੰਗ ਵੀ ਨਹੀਂ ਸੀ ਆਉਂਦੀ। ਇਹਨੇ ਬਹੁਤ ਅੱਛੇ ਸਕੈਚ ਬਣਾਏ ਨੇ, ਗੁਰੂ ਜੀ ਦੇ ਸ਼ੁਰੂ ਕਰਤੇ।
ਤਾਂ ਜਦੋਂ ਗੁਰੂ ਜੀ ਦੀ ਅੱਖਾਂ ਬਣਾਉਂਦੀ ਹੁੰਦੀ ਸੀ ਤਾਂ ਮੈਨੂੰ ਕਹਿੰਦੀ ਸੀ ਮੰਮੀ ਮੈਨੂੰ ਲੱਗਦਾ ਮੈਂ ਇਹਨਾਂ ਨੂੰ ਕਿਤੇ ਦੇਖਿਆ, ਇਹਨੇ ਬਹੁਤ ਬਚਪਨ ਚ ਦੇਖਿਆ ਸੀ, ਬਹੁਤ ਛੋਟੀ ਜੀ ਸੀ, ਇਹਨੂੰ ਹੋਸ਼ ਤਾਂ ਨਹੀਂ ਸੀ ਉਸ ਟਾਈਮ ਕਿ ਮੈਂ ਇਹਨਾਂ ਨੂੰ ਦੇਖਿਆ। ਆਹਿਸਤਾ ਆਹਿਸਤਾ ਸਾਡੇ ਚ 2-3 ਮਹੀਨੇ ਸਾਡੇ ਚ ਪੋਜ਼ਿਟਿਵਿਟੀ ਆਣੀ ਸ਼ੁਰੂ ਹੋ ਗਈ। ਅੱਛਾ, ਫਿਰ ਉਹ ਬੱਚਾ ਆਂਦਾ ਰਿਹਾ ਸਾਡੇ ਘਰ, ਜਿਹੜਾ ਆਂਦਾ ਸੀ ਸਾਨੂੰ ਕਨਵਿੰਸ ਕਰਨ ਲਈ। ਉਹ ਰੋਜ਼ ਉਹਨੇ ਹਰ ਹਫਤੇ ਸਾਡੇ ਕੋਲ ਆਣਾ, ਕਦੇ ਪ੍ਰਸ਼ਾਦ ਲੈ ਕੇ ਆਣਾ, ਕਦੇ ਦਿੱਲੀ ਤੋਂ ਪ੍ਰਸ਼ਾਦ ਲਿਆਣਾ ਗੁਰੂ ਜੀ ਦਾ, ਕਿ ਆਂਟੀ ਇਹ ਖਾਓ ਇਹ ਖਾਓ ਇਹ ਖਾਓ, ਗੁਰੂ ਜੀ ਨੇ ਇਹ ਕਰਿਆ, ਇਹ ਹੋਇਆ ਇਹ ਮਿਰਕਲ ਹੋਇਆ। ਅਸੀਂ ਕੁਝ ਸਾਡੇ ਦਿਮਾਗ ਚ ਆਣਾ ਸ਼ੁਰੂ ਹੋ ਗਿਆ ਵੀ ਗੁਰੂ ਜੀ ਹੈਗੇ ਆ ਕੁਝ। ਤਾਂ ਇੰਨੇ ਚ ਫਿਰ ਮੈਂ ਕੁੜੀ, ਕਿਉਂਕਿ ਇਹ ਕਹਿੰਦੀ ਸੀ ਮੈਂ ਬਾਹਰ ਜਾਣਾ, ਮੈਂ ਬਾਹਰ ਵਾਸਤੇ ਐਡ ਦਿੰਦੀ ਹੁੰਦੀ ਸੀ ਕਿ ਇਹਦਾ ਵਿਆਹ ਕਰਨਾ ਸੀ ਬਾਹਰ। ਫਿਰ ਇਸਨੂੰ ਕਿਸੇ ਕੁੜੀ ਨੇ ਕਿਹਾ, ਇਹਦੀ ਕੁਲੀਗ ਨੇ, ਕਿ ਤੂੰ ਬਾਹਰ ਸ਼ਾਦੀ ਕਰਾ ਕੇ ਚਲੀ ਜਾ, ਤੂੰ ਬਜਾਏ ਕੱਲੀ ਜਾਣ ਦੀ ਤੂੰ ਸ਼ਾਦੀ ਕਰਵਾ, ਫਿਰ ਉੱਥੇ ਸੈਟਲ ਜਾ ਤਾਂ ਤੂੰ ਸੈਟਲ ਹੋ ਜਾਏਗੀ ਬਾਹਰ। ਤਾਂ ਮੈਂ ਉਸ ਤਰ੍ਹਾਂ ਦੀ ਐਡ ਕਰਨੀ ਸ਼ੁਰੂ ਕਰੀ। 2-3 ਵਾਰੀ ਅਸੀਂ ਐਡ ਕਰੀ, ਚਿੱਠੀਆਂ ਤਾਂ ਬਹੁਤ ਆਈਆਂ, ਪਰ ਕਿਸੇ ਬੱਚੇ ਨੇ 2 ਮਹੀਨੇ ਬਾਅਦ ਆਣਾ ਸੀ, ਕਿਸੇ ਨੇ 4 ਮਹੀਨੇ ਬਾਅਦ ਆਣਾ ਸੀ। ਇੰਨੇ ਵਿੱਚ ਇੱਕ ਮੁੰਡਾ ਸੀ, ਉਸ ਟਾਈਮ ਐਗਜ਼ੈਕਟਿਵ ਮੈਜਿਸਟ੍ਰੇਟ ਸੀ, ਤਾਂ ਮੈਂ ਅਪਲਾਈ ਕਰਿਆ ਸੀ ਉਹਨੂੰ ਵੀ, ਉਹ ਹਿਮਾਚਲ ਦਾ ਸੀ। ਤਾਂ ਉਹਨਾਂ ਦਾ 2 ਮਹੀਨੇ ਬਾਅਦ ਮੈਨੂੰ ਫੋਨ ਆਂਦਾ ਹੈ, ਉਸਦੇ ਬੱਚੇ ਮੁੰਡੇ ਦੇ ਮਾਮੇ ਦਾ ਫੋਨ ਆਂਦਾ ਕਿ ਤੁਹਾਡੀ ਬੇਟੀ ਦੀ ਸ਼ਾਦੀ ਹੋਗੀ। ਮੈਂ ਕਿਹਾ ਵੀ ਨਹੀਂ। ਤਾਂ ਕਹਿੰਦੇ ਮੈਂ ਤੁਹਾਨੂੰ ਮੁੰਡੇ ਦੀ ਮਾਂ ਦਾ ਟੈਲੀਫੋਨ ਨੰਬਰ ਦਿੰਦਾ, ਤੁਸੀਂ ਕੰਟੈਕਟ ਕਰ ਲਓ ਉਹਨੂੰ। ਤਾਂ ਮੈਂ ਫੋਨ ਕਰਿਆ ਉਹਨਾਂ ਨੂੰ, ਉਹ ਸ਼ਿਮਲੇ ਤੋਂ ਵੀ 4 ਘੰਟੇ ਅੱਗੇ ਸੀ ਰਸਤਾ ਉਹਨਾਂ ਦਾ। ਤਾਂ ਮੈਨੂੰ ਕਹਿੰਦੇ ਵੀ ਉਹ ਮੰਨ ਗਏ, ਤਾਂ ਕਹਿੰਦੇ ਜੀ ਅਸੀਂ ਕੁੜੀ ਨੂੰ ਸ਼ਿਮਲਾ ਦੇਖ ਲੈਂਦੇ ਆ। ਮੈਂ ਕਿਹਾ ਵੀ ਨਹੀਂ, ਮੈਂ ਸ਼ਿਮਲਾ ਨਹੀਂ ਆ ਸਕਦੀ, ਕਿਉਂਕਿ ਸ਼ਿਮਲਾ ਮੈਂ ਆਉਂਗੀ ਤਾਂ ਮੈਨੂੰ ਉਲਟੀਆਂ ਆਉਂਦੀਆਂ, ਔਰ ਮੈਂ ਸ਼ਿਮਲਾ ਮੇਰੇ ਲਈ ਪੋਸੀਬਲ ਨਹੀਂ ਹੈ। ਤਾਂ ਉਹਨਾਂ ਨੇ ਪਤਾ ਨਹੀਂ ਕਿਆ ਗੁਰੂ ਜੀ ਨੇ ਕਰਵਾਣਾ ਸੀ, ਕਹਿੰਦੇ ਅੱਛਾ ਚਲੋ ਹਮ ਆਤੇ हैं पंचकूला। ਤਾਂ ਅਸੀਂ ਕਿਹਾ ਠੀਕ ਹੈ, ਸੰਡੇ ਨੂੰ ਕਹਿੰਦੇ ਅਸੀਂ ਆएंगे। ਅੱਛਾ, ਮੈਂ ਬੇਟੀ ਅਸੀਂ ਘਰ, ਠੀਕ ਹੈ, ਉਹ 4-5 ਜਣੇ ਆਏ, ਦੇਖਿਆ ਉਹਨਾਂ ਨੇ ਫੋਨ, ਕਹਿੰਦੇ ਜੀ ਅਸੀਂ ਤੁਹਾਨੂੰ ਯੈਸ ਨੋ ਦਾ ਜਵਾਬ ਦਿੰਦੇ ਆ। ਉਹਨਾਂ ਨੇ ਥੋੜੀ ਦੂਰ ਜਾ ਕੇ ਸਾਨੂੰ ਯੈਸ ਕਰਤੀ ਕਿ ਸਾਨੂੰ ਕੁੜੀ ਪਸੰਦ ਹੈ। ਪਰ ਫਿਰ ਮੇਰੀ ਬੇਟੇ ਨੇ ਇਹ ਦੱਸਿਆ ਕਿ ਮੈਂ ਖਾਂਦਾ ਵੀ ਹੈ ਪੀਂਦਾ ਵੀ ਹੈ, ਕਿਉਂਕਿ ਉਸ ਟਾਈਮ ਤਹਿਸੀਲਦਾਰ ਸੀ। ਅੱਛਾ, ਅਸੀਂ ਲੋਕ ਪੰਡਿਤ ਹੈ, ਨਾ ਸ਼ਰਾਬ ਪੀਂਦੇ ਸੀ ਨਾ ਨੌਨ ਵੈਜ ਖਾਂਦੇ ਸੀ। ਤਾਂ ਇਹ ਕਹਿੰਦੇ ਮੰਮੀ ਉਹ ਇਸ ਤਰ੍ਹਾਂ ਵੀ ਕਰਦੇ ਆ ਵੀ ਦੋਨੋਂ ਚੀਜ਼ਾਂ ਖਾਂਦੇ ਆ। ਅੱਛਾ, ਇਹਨਾਂ ਨੇ ਉਸ ਟਾਈਮ ਵੀ ਉਹਨਾਂ ਨੂੰ ਕਹਿਤਾ ਕਿ ਮੇਰੇ ਬ੍ਰਦਰ ਕੋਈ ਨਹੀਂ ਹੈ, ਮੇਰੀ ਲਾਇਬਿਲਿਟੀ ਮੇਰੇ ਮਾਂ ਪਿਓ ਦੀ ਨਾਲ ਹੋਏਗੀ। ਉਸ ਬੱਚੇ ਨੇ ਕਿਹਾ ਕੋਈ ਠੀਕ ਹੈ, ਮੇਰੇ ਲਈ ਠੀਕ ਹੈ। ਫਿਰ ਇਹ ਕਹੇ ਜੀ ਮੈਂ ਅੱਛਾ, ਗ੍ਰਹਿ ਬਹੁਤ ਜ਼ਿਆਦਾ ਮਿਲਦੇ ਨਹੀਂ ਸੀ ਇਹਨਾਂ ਦੇ। ਜਦੋਂ ਅਸੀਂ ਗ੍ਰਹਿ ਮਿਲਾ ਕੇ ਦੇਖੇ ਤਾਂ ਬਹੁਤ ਨਹੀਂ ਸੀ ਮਿਲਦੇ। ਤਾਂ ਮੈਂ ਹਾਂ ਵੀ ਨਹੀਂ ਸੀ ਪੂਰੀ ਤਰ੍ਹਾਂ ਕਰ ਸਕਦੀ, ਕਿਉਂਕਿ ਅਸੀਂ ਗ੍ਰਹਿ ਮਿਲਾਉਂਦੇ ਹਾਂ। ਤਾਂ ਉਹ ਸਾਡੇ ਤੋਂ ਜਵਾਬ ਮੰਗ ਰਹੇ ਸੀ। ਤਾਂ ਫਿਰ ਮੇਰੀ ਬੇਟੀ ਨੇ ਕਿਹਾ ਮੰਮੀ ਅਸੀਂ ਐਵੇਂ ਕਰਦੇ ਕਿ ਗੁਰੂ ਜੀ ਕੋਲ ਜਾਂਦੇ ਆ, ਗੁਰੂ ਜੀ ਤੋਂ ਪਤਾ ਕਰਦੇ ਆ। ਇੰਨੇ ਦੇ ਵਿੱਚ ਮੈਂ ਜਿਹੜੇ ਬੱਚੇ ਜਾਂਦੇ ਸੀ ਗੁਰੂ ਜੀ ਕੋਲ, ਹਰ ਹਫਤੇ ਜਾਂਦੇ ਸੀ, ਤਾਂ ਮੈਂ ਕਿਹਾ ਮੈਂ ਫੋਟੋ ਭੇਜਦੀ ਆ ਗੁਰੂ ਜੀ ਕੋਲ, ਉਸ ਮੁੰਡੇ ਦੀ ਵੀ ਔਰ ਕੁੜੀ ਦੀ ਵੀ। ਮੈਂ ਫੋਟੋ ਬੱਚੇ ਤੇ ਮੁੰਡੇ ਤੋਂ ਮੰਗਵਾਈ, ਔਰ ਆਪਣੀ ਬੇਟੀ ਦੀ ਫੋਟੋ, ਦੋਨਾਂ ਦੀ ਫੋਟੋ ਉਸ ਬੱਚੇ ਕੋਲ ਦੇਤੀ। ਉਧਰੋਂ ਮੁੰਡਾ ਕਹੇ ਜੀ, ਇਹਨੇ ਕਿਹਾ मैं गुरु जी तो बिना नहीं शादी करूंगी। उस मुंडे ने कहता है, उन्हें क्या मेरे को गुरु जी का एड्रेस दो, मैं गुरु जी के पास जाता हूँ, हम पता कर लेते हैं। अच्छा, वो दिल्ली चला गया मुंडा, उसी दिन उन्हें जाना सी, जिस दिन उस बच्चे ने फोटोआं लेके जाना सी गुरु जी की। फोटोआं लेके गया तो वो कहे भी मैं, मुंडा कहना अच्छा मैं सुनूंगा भी उस मुंडे ने क्या कहा, गुरु जी ने क्या जवाब दिता। ਤਾਂ ਜਦੋਂ ਇਹ ਪੰਕਜ ਥਾ ਉਸਦਾ ਨਾਮ, ਜਿਹੜਾ ਮੁੰਡਾ ਸਾਡੇ ਕੋਲੋਂ ਗਿਆ ਸੀ, ਜਦੋਂ ਪੰਕਜ ਹੋਰੀ ਗਏ ਤਾਂ ਉਹਨਾਂ ਨੂੰ ਗੁਰੂ ਜੀ ਨੇ ਇਸ਼ਾਰਾ ਕਰਤਾ ਚਲੋ ਉੱਪਰ ਚੜ ਜਾਓ, ਕਿਉਂਕਿ 2 ਉੱਪਰ ਫਸਟ ਫਲੋਰ ਵੀ ਸੀ ਗੁਰੂ ਜੀ ਕੋਲ। ਤਾਂ ਫਸਟ ਫਲੋਰ ਉਹਨਾਂ ਨੇ ਕਿਹਾ ਤੁਸੀਂ ਚਲੋ ਉੱਪਰ। ਅੱਛਾ, ਇਹ ਮੁੰਡਾ ਆਪਣੇ ਮਾਮੇ ਦੇ ਬੱਚੇ ਨਾਲ ਗਿਆ ਤਾਂ ਇਹ ਲੇਟ ਹੋ ਗਿਆ, ਲੇਟ ਹੋ ਕੇ 10 ਵਜੇ ਪਹੁੰਚਿਆ। ਉਹਨਾਂ ਨੂੰ ਕੋਈ ਜਗ੍ਹਾ ਨੀਚੇ ਨਹੀਂ ਮਿਲੀ, ਇਹਨੂੰ ਜਗ੍ਹਾ ਗੁਰੂ ਜੀ ਕੋਲ 2 ਸੀਟਾਂ ਖਾਲੀ ਸੀ ਉੱਤੇ, ਇਹ 2 ਹੀ ਜਣੇ ਸੀ, ਉੱਥੇ ਬੈਠ ਕੇ ਜਾ ਕੇ। ਜਦੋਂ ਇਹਨਾਂ ਮੱਥਾ ਟੇਕਿਆ, ਇੱਕ ਕਾਰਨਰ ਤੇ ਬੈਠੇ, ਇਹਨੂੰ ਲੰਗਰ ਵੀ 2 ਬੰਦਿਆਂ ਦਾ ਲੰਗਰ ਮਿਲਿਆ ਇਸ ਬੱਚੇ ਨੂੰ। ਤਾਂ ਜਦੋਂ ਇਹਨਾਂ ਮੱਥਾ ਟੇਕਿਆ ਹੱਥ ਦੇ ਨਾਲ ਉਹਨਾਂ ਵੀ ਇਸ਼ਾਰਾ ਕਰਿਆ ਵੀ ਠੀਕ ਹੈ, ਬਸ ਇਹ ਇਸ਼ਾਰਾ ਹੀ ਕਰਿਆ ਇਹਨੂੰ ਜਾ ਕੇ। ਤਾਂ ਇਹਨੂੰ ਕੁਝ ਨਹੀਂ ਕਿਹਾ। ਉਧਰ ਜਦੋਂ ਬੱਚਾ ਸਾਡਾ ਜਿਹੜਾ ਫੋਟੋ ਲੈ ਕੇ ਗਿਆ ਸੀ ਉਹ ਗੁਰੂ ਜੀ ਕੋਲ ਆਇਆ, ਇਹ ਬੇਟੀ ਨੇ ਸਕੈਚ ਵੀ ਬਣਾਇਆ ਸੀ, ਗੁਰੂ ਜੀ ਕੋਲ ਦਿੱਤਾ ਵੀ, ਉਹ ਕਹਿੰਦਾ ਮੈਂ ਗੁਰੂ ਜੀ ਨੂੰ ਦੇਣਾ ਸਕੈਚ। ਤਾਂ ਇਹਨੇ ਸਕੈਚ ਵੀ ਉਹ ਦੇਤਾ ਉਹਦੇ ਕੋਲ। ਤਾਂ ਉਹਨੇ ਮੁੰਡੇ ਨਾਲ ਸਕੈਚ ਦਿਖਾਇਆ ਗੁਰੂ ਜੀ ਨੂੰ, ਕਹਿੰਦੇ ਗੁਰੂ ਜੀ ਇਹ ਨਾ ਸਕੈਚ ਬਣਾਇਆ ਵਸ਼ਿਸ਼ਟ ਅੰਕਲ ਦੀ ਕੁੜੀ ਹੈ। ਕਹਿੰਦੇ ਹਾਂ ਹੈਗਾ ਕੋਲੇ ਵਾਲਾ, ਕਿਉਂਕਿ ਜਾਣਦੇ ਸੀ ਕਿ ਕੋਲੇ ਵਾਲਾ ਹੈਗਾ। ਤਾਂ ਉਹਦੇ ਕੰਨ ਦੀ ਤਰਫ ਨੂੰ ਹੋ ਗਿਆ, ਕਹਿੰਦੇ ਉਹਨੂੰ ਕੁੜੀ ਨੂੰ ਇੱਕ ਇਹੋ ਜਿਹੀ ਚੀਜ਼ਾਂ ਜ਼ਿਆਦਾ ਨਹੀਂ, ਹੋਰ ਨਹੀਂ ਜ਼ਿਆਦਾ ਨਹੀਂ ਬਣਾਈ ਦੀਆਂ।
ਤਾਂ ਫਿਰ ਉਹਨੇ ਕਿਹਾ ਗੁਰੂ ਜੀ ਇਹ ਉਹਦੀ ਮੰਮੀ ਨੇ ਫੋਟੋ ਭੇਜੀ ਹੈ, ਇਹ ਮੁੰਡਾ ਹੈ ਵੀ ਇਹਨਾਂ ਨੇ ਦੇਖਿਆ ਵੀ ਕਿਆ ਇਹ ਰਿਸ਼ਤਾ ਠੀਕ ਰਹੇਗਾ। ਉਹਨਾਂ ਨੇ ਸਰਸਰੀ ਇੱਕ ਨਜ਼ਰ ਮਾਰੀ ਖਾਲੀ ਫੋਟੋ ਤੇ, ਫੋਟੋ ਹੱਥ 'ਚ ਵੀ ਨਹੀਂ ਲਿੱਤੀ ਕਿ ਵੀ ਇਹਨੂੰ ਕੁੜੀ ਨੂੰ ਅਗਲੇ ਹਫਤੇ ਲੈ ਕੇ ਆਓ ਇੱਥੇ। ਅੱਛਾ, ਉਸ ਮੁੰਡੇ ਨੇ ਸਾਨੂੰ 11 ਵਜੇ ਮੈਨੂੰ ਫੋਨ ਕਰਿਆ ਕਿ ਆਂਟੀ ਉਹਨਾਂ ਗੁਰੂ ਜੀ ਨੇ ਲਿਪਿਕਾ ਨੂੰ ਬੁਲਾਇਆ। ਤਾਂ ਅਸੀਂ ਸੋਚਿਆ ਇਹਦੇ ਪਾਪਾ ਨੇ ਨਹੀਂ ਭੇਜਣਾ ਕਿਉਂਕਿ ਉਹ ਤਾਂ ਬਹੁਤ ਹੀ ਨੈਗੇਟਿਵ ਸੀ ਉਸ ਟਾਈਮ। ਤਾਂ ਮੈਂ ਕਿਹਾ ਅਸੀਂ ਨਹੀਂ ਜਾ ਪਾਣਾ, ਪਰ ਪਤਾ ਨਹੀਂ ਫਿਰ ਕਿਆ ਉਹਨਾਂ ਦੇ ਮਨ 'ਚ ਆਇਆ। ਅਸੀਂ ਪੁੱਛਿਆ ਉਹਨਾਂ ਤੇ ਕਿ ਵੀ ਅਸੀਂ ਜਾਈਏ, ਤਾਂ ਕਹਿੰਦੇ ਚਲੋ ਜਾਓ। ਅਸੀਂ ਫਿਰ ਗਏ ਜੀ ਨੈਕਸਟ ਵੀਕ ਗੁਰੂ ਜੀ ਕੋਲ ਗਏ ਤਾਂ ਡਾਕਟਰ ਪੁਨੀਤ ਸਹਿ ਕੇ ਇੱਥੇ ਸੰਗਤ ਦਾ ਹੀ ਬੰਦਾ ਸੀ, ਤਾਂ ਉਹ ਵੀ ਮੇਰੇ ਨਾਲ ਗਿਆ। ਅਸੀਂ 5-6 ਜਣੇ ਉਸ ਦਿਨ ਵੀ ਸੀ। ਤਾਂ ਜਦੋਂ ਗਏ ਮੱਥਾ ਟੇਕਿਆ ਸੀ, ਉਸ ਦਿਨ ਅਸੀਂ ਪੋਜ਼ਿਟਿਵ ਸੀ ਦੋਨੋਂ ਮਾਂ ਬੇਟੀ। ਜਦੋਂ ਜਾ ਕੇ ਮੱਥਾ ਟੇਕਿਆ ਥੋੜੀ ਬਹੁਤੀ ਗੱਲਬਾਤ ਹੋਈ। ਇੰਨੇ ਚ ਡਾਕਟਰ ਕੋਈ ਬੈਠੇ ਸੀ ਉੱਥੇ ਆਮੀ ਦੇ, ਤਾਂ ਉਹਨਾਂ ਨੂੰ ਕਹਿੰਦੇ ਗੁਰੂ ਜੀ ਚੱਲ ਤੂੰ ਸੰਗਤ ਕਰ ਆਪਣੀ। ਉਹ ਸੰਗਤ ਆਪਣੀ ਕਰਨ ਲੱਗੇ। ਮੇਰੀ ਬੇਟੀ ਉਹਨਾਂ ਦੀ ਸੰਗਤ ਸੁਣ ਕੇ ਇੰਨਾ ਰੋਈ ਕਿ ਵੀ ਨੱਕ ਵੀ ਬਹਿਣ ਲੱਗ ਗਿਆ ਵਿਚਾਰੇ। ਹੈਂਕੀ ਵੀ ਮੇਰੇ ਪਾਸ, ਮੈਂ ਖੜੀ ਸੀ ਗੁਰੂ जी को। डॉक्टर पुनीत ने शायद उन्होंने कहा कि आंटी ने कोई बात करनी गुरु जी आपसे। तो मैं खड़ी हुई तो फिर मैं कहते मैं कहा जी इस तरह सब कुड़ी वास्ते मुंडा देखिया। कहते हाँ आया सी SDM शिमला। ਤਾਂ ਉਧਰ ਕੁੜੀ ਨੂੰ ਜਦੋਂ ਕੁੜੀ ਰੋ ਰਹੀ ਸੀ ਤਾਂ ਉਹ ਕਹਿੰਦੇ ਕੌਣ ਹੈ ਇਹ ਕਿ ਇਹਨਾਂ ਦੀ ਬੇਟੀ ਹੈ। ਤਾਂ ਕਹਿੰਦੇ ਉਹ ਹੱਸ ਕੇ ਕਹਿੰਦੇ ਹਾਂ ਮੈਜਿਸਟ੍ਰੇਟ ਫਸਾਈ ਫਿਰਦੀ ਹੈ ਕਹਿੰਦੇ, ਜਦਕਿ ਅਰੇਂਜ ਸੀ ਇਹ ਬਿਲਕੁਲ ਕੋਈ ਐਸੀ ਗੱਲ ਨਹੀਂ ਸੀ। ਤਾਂ ਨਾਲੇ ਹੱਸ ਪਏ। ਤਾਂ ਕਹਿੰਦੇ ਫਿਰ ਉਹ ਥੋੜਾ ਜਿਹਾ ਬੱਚਾ ਮੋਟਾ ਸੀ ਉਸ ਟਾਈਮ, ਤਾਂ ਇਸ ਤਰ੍ਹਾਂ ਵੀ ਕਰੇ ਕਿ ਵੀ ਹਾਂ ਮੋਟਾ ਜਿਹਾ ਆਇਆ ਸੀ SDM ਇੱਥੇ, ਤਾਂ ਮੈਨੂੰ ਪਤਾ ਹੈ। ਤਾਂ ਫਿਰ ਮੈਂ ਕਿਹਾ ਗੁਰੂ ਜੀ ਇਹ ਕਿਆ ਕਹਿੰਦੇ। ਮੈਂ ਕਿਹਾ ਜੀ ਮੁੰਡੇ ਦਾ ਪਿਓ ਤਾਂ ਮੈਂ ਕਿਹਾ ਸਾਡੇ ਵਰਗਾ ਹੀ ਹੈ। ਕਹਿੰਦੇ ਤੂੰ ਪਿਓ ਤੋਂ ਕੀ ਲੈਣਾ, ਤੈਨੂੰ ਮੁੰਡਾ ਸ਼ਰੀਫ ਚਾਹੀਦਾ। ਤਾਂ ਮੈਂ ਕਿਹਾ ਠੀਕ ਹੈ ਗੁਰੂ ਜੀ। ਔਰ ਫਿਰ ਮੈਨੂੰ ਬਿਜ਼ਨਸ ਦੀ ਵੀ ਗੱਲ ਪੁੱਛੀ ਕਿਆ ਹੈ। ਮੈਂ ਕਿਹਾ ਗੁਰੂ ਜੀ ਇਸ ਤਰ੍ਹਾਂ ਬਹੁਤ ਸਾਡੇ ਬੈਂਕ ਦਾ ਲੋਨ ਵੀ ਹੈ ਔਰ ਸਾਡਾ ਕੰਮ ਇਸ ਤਰ੍ਹਾਂ ਹੈ। ਕਹਿੰਦੇ ਮੈਂ ਕਿਹਾ ਈਵਨ ਸਾਡੀ ਜ਼ਮੀਨਾਂ ਬਹੁਤ ਹੈ। ਮੈਂ ਕਿਹਾ ਜ਼ਮੀਨ ਵੀ ਨਹੀਂ ਵਿਕਦੀ ਸਾਡੀ। ਕਿੱਥੇ ਜ਼ਮੀਨ ਤੁਹਾਡੀ? ਮੈਂ ਕਿਹਾ ਜੀ ਸਭ ਜਗ੍ਹਾ ਹੈ, ਹਿਮਾਚਲ 'ਚ ਵੀ ਹੈ। ਕਹਿੰਦੇ ਹਿਮਾਚਲ 'ਚ ਕਿੱਥੇ ਹੈ? ਮੈਂ ਕਿਹਾ ਨਾਲਾਗੜ੍ਹ ਹੈ ਗੁਰੂ ਜੀ। ਕਹਿੰਦੇ ਕਿੰਨੇ ਪੈਸੇ ਚਾਹੁੰਦੇ ਤੁਸੀਂ? ਮੈਂ ਕਿਹਾ ਗੁਰੂ ਜੀ ਜਿੰਨੇ ਤੁਸੀਂ ਦਵਾ ਦਿਓ। ਕਹਿੰਦੇ ਨਹੀਂ ਕਿੰਨੇ ਮੈਂ ਚਾਹੁੰਦਾ ਕਰ। ਪਹਿਲੇ ਮੈਨੂੰ ਪੁੱਛਦੇ ਕਹਿੰਦੇ ਤੁਸੀਂ ਕਿੱਥੇ, ਬੇਟੀਆਂ ਦਾ ਕੀ ਨਾਂ ਹੈ? ਉਹਨਾਂ ਨੂੰ ਯਾਦ ਸੀ ਕਿ ਵੀ ਮੇਰੀਆਂ 2 ਬੇਟੀਆਂ, ਕੀ ਨਾਂ ਹੈ ਬੇਟੀਆਂ ਦਾ? ਕਿੱਥੇ ਰਹਿੰਦੇ ਹੋ? ਮੈਂ ਕੰਬ ਰਹੀ ਸੀ ਲਿਟਰਲੀ ਕਿ ਵੀ ਮੈਂ ਸੈਕਟਰ 2 ਚ ਅਸੀਂ ਰਹਿੰਦੇ ਸੀ। ਤਾਂ ਮੈਂ ਕਿਹਾ ਸੈਕਟਰ 4। ਪੁਨੀਤ ਮੈਨੂੰ ਕਹਿੰਦਾ ਆਂਟੀ ਨਹੀਂ ਸੈਕਟਰ 2 में रहते हैं। ਤਾਂ ਮੈਂ ਕਿਹਾ ਹਾਂ ਗੁਰੂ ਜੀ ਸੈਕਟਰ 2 ਚ ਹੀ ਰਹਿੰਦੇ ਅਸੀਂ। ਤਾਂ ਫਿਰ ਮੈਨੂੰ ਕਹਿੰਦੇ ਚਲੋ ਮੈਂ ਸੰਗਤ, ਕਹਿੰਦੇ ਬਹੁਤ ਸੰਗਤ ਆਉਂਦੀ ਹੈ ਉੱਥੇ ਦੀ, ਮੈਂ ਕਹਿੰਦਾ ਕਿਸੇ ਨੂੰ। ਅੱਛਾ ਸਾਡੇ ਕੋਲ ਜ਼ਮੀਨ ਚੰਡੀਗੜ੍ਹ ਵਿੱਚ ਵੀ ਸੀ। ਉੱਥੋਂ ਅਸੀਂ ਚਾਹੁੰਦੇ ਸੀ ਕਿ ਇੱਕ ਜ਼ਮੀਨ ਸਾਡੀ ਕਾਫੀ ਦੀ ਸੀ, ਪਰ ਅਸੀਂ ਚਾਹੁੰਦੇ ਸੀ 70 ਲੱਖ ਚ ਵਿਕ ਜਾਏ ਸਾਡੀ ਜ਼ਮੀਨ। ਉਹ ਵਿਕਦੀ ਨਹੀਂ ਸੀ ਹੁੰਦੀ। ਜਦੋਂ ਅਸੀਂ ਗੁਰੂ ਜੀ ਕੋਲ ਜਾਣਾ ਸ਼ੁਰੂ ਕਰਿਆ, ਪਰ ਨੈਕਸਟ ਵੀਕ ਉਸ ਤੋਂ ਜਿਸ ਦਿਨ ਅਸੀਂ ਗਏ ਸੀ ਗੁਰੂ ਜੀ ਨਾ, ਫਿਰ ਮੈਨੂੰ ਬੱਚੇ ਕਹਿੰਦੇ ਅਸੀਂ ਲੰਗਰ ਕਰਿਆ ਉਸ ਦਿਨ रात को। लंगर करके जदों जान लगे तो बच्चे कहते आंटी अभी आपको ना हाँ नहीं करी अच्छी तरह से गुरु जी ने लड़की के लिए। मैं क्या भी मैं तो नहीं पूछती क्योंकि गुरु जी तो मैंने डर लगता। तो डॉक्टर पुनीत कहने कि आंटी जब मैंने अपनी शादी के लिए पूछा था तो मैंने भी 3 बार पूछा था, आप पता कर लो। कहते एक बार मैं मत्था टेकन गई तो मैं पहले गुरु जी के अंदर फिर चली गई। गुरु जी ने चोला अपना उतार दिता सी ते पैंट बुशर्ट विच बैठे सी उस टाइम। ਤਾਂ ਮੈਨੂੰ ਕਹਿੰਦੇ ਮੈਂ ਹੱਥ ਜੋੜ ਕੇ ਦੂਰ ਹੀ ਖੜੀ ਹੋ ਗਈ। ਮੈਂ ਕਿਹਾ ਗੁਰੂ ਜੀ ਬੱਚਿਆਂ ਦਾ ਕੀ ਕਰਾਂ? ਤਾਂ ਮੈਨੂੰ ਕਹਿੰਦੇ ਬਹੁਤ ਗੁੱਸੇ ਨਾਲ ਬੋਲੇ, ਕਹਿੰਦੇ ਬਲੈਸ ਕਰਤਾ ਹੋਰ ਕੀ ਚਾਹੁੰਦੀ ਤੂੰ? ਮੈਂ ਉਸੇ ਤਰ੍ਹਾਂ ਪਿੱਛੇ ਵਾਪਸ ਆ ਗਈ। ਮੈਂ ਬੱਚਿਆਂ ਨੂੰ ਕਹਾ ਕੇ ਕਿਹਾ, ਮੈਂ ਕਿਸ ਤਰ੍ਹਾਂ ਕਿਹਾ? ਕਹਿੰਦਾ ਇਹਦਾ ਮਤਲਬ ਹਾਂ ਹੈ। ਤਾਂ ਅਸੀਂ ਮੈਂ ਉਸ ਮੁੰਡੇ ਨੂੰ ਫੋਨ ਕਰਿਆ ਕਿ ਵੀ ਇਸ ਤਰ੍ਹਾਂ ਸਾਡੀ ਹਾਂ ਹੈ। ਤਾਂ ਉਸ ਤੋਂ ਨੈਕਸਟ ਵੀਕ ਗੁਰੂ ਜੀ ਨੇ ਬੈਂਕ ਸੋਹੀ ਚਾਣਾ ਸੀ ਇੱਥੇ ਇੱਕ ਮੈਰਿਜ ਪੈਲੇਸ ਹੈ, ਤਾਂ ਕਿਸੇ ਦੀ ਮੁੰਡੇ ਦੀ ਕਿਸੇ ਦੇ ਬੱਚੇ ਦੀ ਸ਼ਾਦੀ ਸੀ ਸ਼ਾਇਦ, ਤਾਂ ਉੱਥੇ ਆਣਾ ਸੀ। ਤਾਂ ਬਹੁਤ ਸਾਰੀ ਸੰਗਤ ਆਈ ਦਿੱਲੀ ਤੋਂ, ਅਸੀਂ ਵੀ ਉੱਥੇ ਗਏ। ਉੱਥੇ ਮੈਨੂੰ ਪਹਿਲੇ ਉਹਨਾਂ ਨੇ ਪਹਿਲੇ ਪੁੱਛਿਆ ਬੜੀ ਬੇਟੀ ਕੀ ਕਰਦੀ ਹੈ, ਬੜੀ ਬੇਟੀ ਕਿੱਥੇ ਵਿਆਹੀ ਹੈ? ਮੈਂ ਕਿਹਾ ਜੀ ਇਸ ਤਰ੍ਹਾਂ ਵਿਆਹੀ ਹੈ, ਉਹ ਕਰਨਾਲ ਵਿਆਹੀ ਹੈ। ਕੀ ਕਰਦਾ ਸਸਰੂ ਦਾ? ਮੈਂ ਕਿਹਾ ਜੀ ਉਹ IG DIG ਰਿਟਾਇਰ ਹੋਏ ਆ। ਤਾਂ ਮੁੰਡਾ ਕੀ ਕਰਦਾ? ਮੈਂ ਕਿਹਾ ਮੁੰਡਾ ਇਹ ਕਰ। ਜਦੋਂ ਅਸੀਂ ਨੈਕਸਟ ਵੀਕ ਗਏ ਉੱਥੇ ਤਾਂ ਮੇਰੀ ਬੜੀ ਬੇਟੀ ਨੀਚੇ ਬੈਠੀ ਸੀ। ਗੁਰੂ ਜੀ ਨੇ ਉਹਦੀ ਪਿੱਠ ਤੇ ਹੱਥ ਰੱਖ ਕੇ ਚੜ੍ਹੇ ਉੱਪਰ ਸਟੇਜ ਦੇ। ਤਾਂ ਕਹਿੰਦੇ ਇਹ ਵਸ਼ਿਸ਼ਟ, ਕਹਿੰਦੇ ਉਹ ਕੀ ਹੈ? ਮੈਂ ਕਿਹਾ ਵਸ਼ਿਸ਼ਟ ਹੈ ਉਹ ਵੀ। ਕਹਿੰਦੇ ਵਸ਼ਿਸ਼ਟ ਦੀ ਨੂੰਹ ਹੈ? ਮੈਂ ਕਿਹਾ ਨਹੀਂ ਗੁਰੂ ਜੀ ਇਹ ਵਸ਼ਿਸ਼ਟ ਸਾਹਿਬ ਦੀ ਬੜੀ ਬੇਟੀ ਹੈ, ਕਿਉਂਕਿ ਅਸੀਂ ਵੀ ਵਸ਼ਿਸ਼ਟ ਸੀ। ਕਹਿੰਦੇ ਉਹਨਾਂ ਨੇ ਦੂਜੀ ਵਾਰੀ ਫਿਰ ਕਿਹਾ ਕਿ ਵੀ ਨਹੀਂ ਵਸ਼ਿਸ਼ਟ ਦੀ ਨੂੰਹ ਹੈ। ਮੈਂ ਕਿਹਾ ਨਹੀਂ, ਮੈਂ ਫਿਰ ਆਰਾਮ ਨਾਲ ਕਮਾ। ਮੈਂ ਕਿਹਾ ਗੁਰੂ ਜੀ ਉਹਨਾਂ ਦੀ ਬੜੀ ਬੇਟੀ ਹੈ। ਉਹ DIG ਦੀ ਨੂੰਹ ਹੈ? ਮੈਂ ਕਿਹਾ ਹਾਂਜੀ ਗੁਰੂ ਜੀ। ਤਾਂ ਅਸੀਂ ਉਸ ਦਿਨ ਰਹੇ ਉੱਥੇ। ਤਾਂ ਉਸ ਤੋਂ ਬਾਅਦ ਅਸੀਂ ਜਾਣਾ
ਮਤਲਬ ਇੱਥੇ ਹੀ ਹੋ ਗਏ। ਡਾਕਟਰ ਜਨਰਲ ਦਪਿੰਦਰ ਹੁੰਦੇ ਸੀ, ਇੱਥੇ ਹੈਗੇ ਹੁਣ ਵੀ। ਉੱਥੇ ਪਹਿਲੇ 2-3 ਸਾਲ ਪਹਿਲਾਂ ਤੋਂ ਉੱਥੇ ਸੰਗਤ ਹੁੰਦੀ ਸੀ, ਅਸੀਂ ਉੱਥੇ ਜਾਣਾ ਸ਼ੁਰੂ ਕਰਤਾ ਕਿਉਂਕਿ ਗੁਰੂ ਜੀ ਨੇ ਉੱਥੇ ਸਵਰੂਪ ਭੇਜਿਆ ਸੀ ਆਪਣਾ, ਰਾਤ ਨੂੰ ਆਪਣੇ ਆਪ ਉਹ ਆਇਆ ਸੀ ਸਵਰੂਪ। ਤਾਂ ਉਹ ਗੁਰੂ ਜੀ ਕਹਿੰਦੇ ਸੀ ਇੱਥੇ ਇਸੀ ਨੂੰ ਮੰਨੋ, ਇਹ ਮੰਦਿਰ ਹੈ। ਅਸੀਂ ਉੱਥੇ ਜਾਣਾ ਸ਼ੁਰੂ ਕਰਤਾ ਕਿਉਂਕਿ ਦਿੱਲੀ ਅਸੀਂ ਨਹੀਂ ਸੀ ਜਾ ਸਕਦੇ ਜ਼ਿਆਦਾ। ਤੇ ਉੱਥੇ ਜਾਂਦੇ ਰਹੇ। ਉਧਰ ਜਦੋਂ ਫਿਰ ਅਸੀਂ, ਮੈਨੂੰ ਉਹਨਾਂ ਨੇ, ਗੁਰੂ ਜੀ ਨੇ ਜਦੋਂ ਫੋਟੋਆਂ ਵਾਪਸ ਆਈਆਂ ਸੀ ਸਾਡੀਆਂ, ਤਾਂ ਜਦੋਂ ਵਾਪਸ ਮੇਰੇ ਕੋਲ ਲੈ ਕੇ ਆਇਆ ਮੁੰਡਾ ਉਹ, ਤਾਂ ਉਹਨਾਂ ਫੋਟੋਆਂ 'ਚ ਜਿਸ ਤਰ੍ਹਾਂ ਹੀ ਮੈਂ ਹੱਥ 'ਚ ਪਕੜਿਆ, ਇੰਨੀ ਫ੍ਰੈਗਰੈਂਸ ਸੀ। ਮੈਂ ਉਹਨਾਂ ਨੂੰ ਹੱਥ 'ਚ ਪਕੜਦੇ ਸਾਰੀ ਕਿਹਾ, ਮੈਂ ਆਪਣੇ ਮੰਦਿਰ 'ਚ ਲੈ ਗਈ ਉਹਨਾਂ, ਜਿੱਥੇ ਗੁਰੂ ਜੀ ਦਾ ਮੰਦਿਰ ਸੀ, ਮੈਂ ਉਹ ਫੋਟੋਆਂ ਗੁਰੂ ਜੀ ਦੇ ਮੰਦਿਰ 'ਚ ਰੱਖਦੇ ਆ। ਤੇ ਇਹਨਾਂ ਦਾ 8-9 ਮਹੀਨੇ, ਜਨਵਰੀ ਦੀ ਗੱਲ ਹੈ ਇਹ, ਜਾ ਕੇ ਨਵੰਬਰ 'ਚ ਵਿਆਹ ਹੋਇਆ ਨਾ, ਨਵੰਬਰ ਤੱਕ ਉਸ ਫੋਟੋਆਂ 'ਚ ਖੁਸ਼ਬੂ ਆਉਂਦੀ ਰਹੀ। ਜਿਸ ਤਰ੍ਹਾਂ ਹੀ ਸ਼ਾਦੀ ਹੋਈ ਉਹਦੇ 'ਚੋਂ ਖੁਸ਼ਬੂ ਖਤਮ। ਤੇ ਗੁਰੂ ਜੀ ਨੇ ਆਪਣੀ ਮਿਹਰ ਨਾਲ ਇਸ ਦੀ ਸ਼ਾਦੀ ਕਰਵਾਈ, ਸ਼ਾਦੀ ਅੱਛੀ ਹੋ ਗਈ। ਤੇ ਉਹਨਾਂ ਨੂੰ ਮੈਂ ਪਹਿਲੇ ਕਿਹਾ ਸੀ ਕਿ ਅਸੀਂ ਬਿਨਾਂ ਦਹੇਜ ਤੋਂ ਸ਼ਾਦੀ ਕਰਨੀ ਹੈ, ਇਹ ਬਿਨਾਂ ਦਹੇਜ ਤੋਂ ਹੀ ਸ਼ਾਦੀ ਹੋਈ। ਜਿਸ ਤਰ੍ਹਾਂ ਇਸ ਦੀ, ਮੈਨੂੰ ਗੁਰੂ ਜੀ ਕਹਿੰਦੇ ਸੀ ਕੁੜੀ ਦੀ ਸ਼ਾਦੀ ਕਰ, ਜਿਸ ਤਰ੍ਹਾਂ ਹੀ ਇਸ ਕੁੜੀ ਦੀ ਸ਼ਾਦੀ ਹੋਈ, ਡੇ ਬਾਈ ਡੇ ਅਸੀਂ ਲੋਨ ਉਤਾਰਤਾ ਗੁਰੂ ਜੀ ਦੀ ਮਿਹਰ ਦੇ ਨਾਲ, ਕਿਉਂਕਿ ਜਿਹੜੀ ਜ਼ਮੀਨ ਅਸੀਂ ਵੇਚਣਾ ਚਾਹੁੰਦੇ ਸੀ ਉਹ ਸਾਡੀ ਹੋਰ ਜ਼ਿਆਦਾ ਪੈਸੇ ਦੇ ਵਿੱਚ ਲੋਕੀ ਘਰ ਬਿਆਨਾ ਦੇ ਕੇ ਗਿਆ, ਔਰ ਫਿਰ ਸਾਡੇ ਅਸੀਂ ਬੈਂਕ ਤੋਂ ਦੋਨੋਂ ਬੈਂਕ ਦਾ ਲੋਨ ਉਤਾਰਿਆ ਔਰ ਸ਼ਾਦੀ ਹੋਈ। ਉਸ ਤੋਂ ਬਾਅਦ ਸਾਡੇ ਪਰ ਲੋਨ ਕੋਈ ਨਹੀਂ ਸੀ, ਪਰ ਅਸੀਂ ਉਧਰ ਇਹਨਾਂ ਨੂੰ ਫਿਰ 2009 ਦੀ ਗੱਲ ਹੈ ਇਹ, 7 ਵਿੱਚ ਬੇਟੀ ਦੀ ਸ਼ਾਦੀ, 2009 ਵਿੱਚ ਬੇਟੀ ਮੇਰੀ ਚਲੀ ਗਈ ਸੀ ਸਸੁਰਾਲ, ਆਪਣੇ ਕਲੀਨਿਕ ਵੀ ਵਾਈਂਡ ਅਪ ਕਰਕੇ ਆਪਣੇ ਉੱਥੇ ਹੀ ਲੈ ਗਈ ਸੀ। ਤਾਂ 2009 ਵਿੱਚ ਇਹਨਾਂ ਨੂੰ ਅਟੈਕ ਆ ਗਿਆ। ਅਟੈਕ ਹੋਇਆ ਤੇ ਉਧਰ ਬੇਟੀ ਨੂੰ ਜਦੋਂ ਇੱਥੇ ਦੇ ਗਏ, ਇਹ ਬਿਮਾਰ ਹੋਣੀ ਸ਼ੁਰੂ ਹੋ ਗਈ ਸੀ ਉੱਥੇ ਆਪਣੇ ਸਸੁਰਾਲ 'ਚ, ਕਿਉਂਕਿ ਉੱਥੇ ਬਹੁਤ ਠੰਡ ਸੀ। ਪੈਦਾ ਹੋਈ ਸੀ ਤਾਂ ਉੱਥੇ ਬਹੁਤ ਜ਼ਿਆਦਾ ਠੰਡ ਸੀ, ਇਹਨੂੰ ਠੰਡ ਲੱਗੀ ਬਹੁਤ ਜ਼ਿਆਦਾ। ਤਾਂ ਇੰਨੀ ਬਿਮਾਰ ਹੋ ਗਈ ਕਿ ਵੀ ਸਾਨੂੰ ਪਤਾ ਨਹੀਂ ਲੱਗਿਆ ਇਹਨੂੰ ਸਾਰਕੋਡੋਸਿਸ ਹੋ ਗਿਆ ਉੱਥੇ। ਤਾਂ ਉੱਥੇ ਤਾਂ ਕਿਸੇ ਨੂੰ ਖੈਰ ਸਮਝ ਨਹੀਂ ਆਈ, ਛੋਟੀ ਜਗ੍ਹਾ ਸੀ। ਤਾਂ ਇਹਨੂੰ ਅਸੀਂ 1 ਸਾਲ 1 ਮਹੀਨੇ ਬਾਅਦ, ਮੈਨੂੰ ਯਾਦ ਹੈ ਜੀ, ਇਹ ਵਾਪਸ ਆ ਗਈ ਇਹ ਕੁੜੀ, ਕਿਉਂਕਿ ਇਸਦਾ ਵਿਜ਼ਨ ਚਲਾ ਗਿਆ ਸੀ, ਬਲਡ ਹੋ ਗਿਆ ਸੀ ਔਰ ਅੱਖਾਂ ਬਰਾਊਨ ਹੋ ਗਈਆਂ ਸੀ ਬਿਲਕੁਲ, ਸਲਾਈਵਾ ਗਲੈਂਡ ਚਲਾ ਗਿਆ ਸੀ, ਕੁਝ ਇਹਦਾ ਬ੍ਰੇਨ ਤੋਂ ਇਲਾਵਾ ਸਾਰੇ ਆਰਗਨ ਇਫੈਕਟ ਹੋ ਗਏ ਸੀ। ਸਾਨੂੰ ਅਸੀਂ 4-5 ਡਾਕਟਰਾਂ ਨੂੰ ਬਦਲਿਆ, ਕੁਝ ਨੂੰ ਸਮਝ ਨਹੀਂ ਆਇਆ। ਇੱਕ ਦਿਨ ਕਿਆ ਹੋਇਆ ਕਿ ਅਸੀਂ ਕਿਸੇ ਡਾਕਟਰ ਕੋਲ ਜਾ ਰਹੇ ਸੀ, ਡਾਕਟਰ ਕੋਲ ਜਦੋਂ ਗਏ ਤਾਂ ਅਸੀਂ ਉੱਥੋਂ ਤੋਂ ਉੱਠ ਕੇ ਆਏ ਤੇ ਬੱਚੀ ਦੇ ਬਹੁਤ ਪੇਟ ਦਰਦ, ਚੈਸਟ ਪੇਨ ਹੁੰਦੀ ਸੀ। ਤਾਂ ਫਰੂਟੀ ਹੱਥ 'ਚ ਰੱਖਦੀ ਸੀ ਕਿਉਂਕਿ ਸਲਾਈਵਾ ਗਲੈਂਡ ਇਹਦਾ ਖਤਮ ਹੋ ਗਿਆ ਸੀ, ਜੀਭ 'ਚ ਪਹੁੰਚ ਜਾਂਦੀ ਹੁੰਦੀ ਸੀ ਇਸਦੀ। ਤਾਂ ਜਿਸ ਟਾਈਮ ਇਹ ਬੱਚੀ ਬੈਠੀ ਆ ਕੇ, ਤਾਂ ਮੈਨੂੰ ਓਕੇ, ਇਹਨੇ ਮੋਬਾਈਲ 'ਚ ਦੇਖਿਆ ਕਿ ਗੁਰੂ ਜੀ ਦਾ ਇਹਨੇ ਸਕਰੀਨ ਸੇਵਰ ਲਗਾਇਆ ਸੀ। ਗੁਰੂ ਜੀ ਨੇ ਆਪਣਾ ਚੈਸਟ ਪੋਰਸ਼ਨ ਇਹਦੇ ਉਹ ਕਰਨ ਲੱਗੇ, ਫਲੈਸ਼ ਕਰਨ ਲੱਗੇ ਇਸੇ ਮੋਬਾਈਲ ਵਿੱਚ। ਇਹਨੂੰ ਸਮਝ ਨਾ ਆਏ ਵੀ ਕੀ ਕਰ ਰਹੇ हैं। ਇਹਨੇ ਮੋਬਾਈਲ ਵੀ ਬੰਦ ਕਰਤਾ, ਉਹਦੇ 'ਚ ਫਿਰ ਫਲੈਸ਼ ਉਹੀ ਆਈ ਜਾਏ। ਤਾਂ ਇਹ ਕਹੇ ਮੰਮੀ ਜ਼ਰੂਰ ਕੋਈ ਗੁਰੂ ਜੀ ਇੰਡੀਕੇਸ਼ਨ ਹੈ ਇਹ। ਤਾਂ ਅਸੀਂ ਦੇਖਿਆ ਚੈਸਟ ਵਿੱਚ ਕਿ ਉਹਨਾਂ ਨੇ ਸਾਨੂੰ, ਕਿਸੇ ਨੇ ਕਿਹਾ ਤੁਸੀਂ ਪਹਿਲੇ ਨਾ ਤਾਂ ਅੱਖਾਂ ਦਾ ਇੱਕੋ ਨਹੀਂ, ਉਹ ਪਤਾ ਨਹੀਂ ਕੁਝ ਹੁੰਦਾ ਜੇ, ਉਹ ਕਰਵਾਓ ਤੁਸੀਂ ਅੱਖਾਂ ਦੇ, ਇਸ ਪਤਾ ਨਹੀਂ ਕੀ ਐਂਜੀਓਗ੍ਰਾਫੀ ਕਰਾਓ ਅੱਖਾਂ ਦੀ, ਕਿਉਂਕਿ ਅੱਖਾਂ ਇਸ ਦੀਆਂ ਬਲਰਡ ਸੀ, ਬਿਲਕੁਲ ਦਿਖਦਾ ਨਹੀਂ ਸੀ ਔਰ ਹਰ ਟਾਈਮ ਚੁਭਨ ਹੁੰਦੀ ਸੀ ਇਸਦੇ। ਜਦੋਂ ਅਸੀਂ ਡਾਕਟਰ ਗਰੇਵਾਲ ਦੇ ਦਿਖਾਇਆ ਤਾਂ ਡਾਕਟਰ ਗੁਪਤਾ ਸੀ ਕੋਈ, ਉਹਨੇ ਦਿਖਾਇਆ ਕਿ ਬੱਚੇ ਤੇਰੇ ਜਿਹੜੀਆਂ ਅੱਖਾਂ ਆ ਉਹਨਾਂ ਨੂੰ 100 ਬੈਲੂਨ ਦਾ ਪ੍ਰੈਸ਼ਰ ਪਿਆ ਵਾ, ਪਰ ਸ਼ੁਕਰ ਕਰ ਤੇਰੀ ਅਜੇ ਨਜ਼ਰ ਨਹੀਂ ਗਈ, ਨਜ਼ਰ ਤੇਰੀ ਹੈ। ਤਾਂ ਤੂੰ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਚੈਸਟ ਦਾ ਉਹ ਕਰਾ, ਸਿਟੀ ਸਕੈਨ ਕਰੋ। ਅੱਛਾ, ਉਸ ਦਿਨ ਸੰਡੇ ਸੀ ਤਾਂ ਫਿਰ ਅਸੀਂ ਕਿਹਾ ਸਿਟੀ ਸਕੈਨ ਹੁਣ ਕਿਵੇਂ ਕਰਕੇ, ਕਿ ਸੰਡੇ ਨੂੰ ਮਾਰਕੀਟ ਬੰਦ ਹੁੰਦੀ ਹੈ ਚੰਡੀਗੜ੍ਹ ਦੀ। ਅਸੀਂ ਕਿਸੇ ਦੀ ਅਪਰੋਚ ਕਰਕੇ ਕਿਤੇ ਕਰਵਾਉਣਗੇ ਇਹਦਾ ਸਿਟੀ ਸਕੈਨ। ਉਹਨਾਂ ਕੋਲ ਜਦੋਂ ਇਹਦਾ ਸਿਟੀ ਸਕੈਨ ਕਰਿਆ, ਇਹਨੂੰ ਅਸੀਂ ਘਰ ਛੱਡਿਆ, ਉਹਨਾਂ ਨੇ ਕਿਹਾ ਰਿਪੋਰਟ ਹਜੇ 2-3 ਘੰਟੇ ਬਾਅਦ ਦੇਂਗੇ। ਅਸੀਂ ਮੁੜ ਕੇ ਮੈਂ ਔਰ ਮੇਰੇ ਹਸਬੈਂਡ ਗਏ ਰਿਪੋਰਟ ਲੈਣ ਨੂੰ, ਤਾਂ ਉਹਨਾਂ 'ਚ ਉਹਨਾਂ 3 ਰਿਜ਼ਲਟ ਲਿਖੇ, ਇੱਕ ਟੀਵੀ, ਇੱਕ ਸਾਰਕੋਡੋਸਿਸ, ਇੱਕ ਕੋਈ ਹੋਰ ਲਿਖਿਆ ਸੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿ ਕਿਆ ਹੁੰਦਾ ਜੀ, ਕਿਉਂਕਿ ਸਾਨੂੰ ਤਾਂ ਟੈਕਨੀਕਲ ਵਰਡ ਨਹੀਂ ਸੀ ਸਮਝ ਆਉਂਦੇ। ਓਕੇ ਜੀ, ਜਿਹਨੇ ਤੁਹਾਨੂੰ ਲਿਖਿਆ ਡਾਕਟਰ ਨੇ ਉਹਨਾਂ ਨੂੰ ਪੁੱਛੋ। ਅੱਛਾ, ਮੈਂ ਸੋਚਿਆ ਜ਼ਰੂਰ ਕੋਈ ਬਹੁਤ ਗੰਦੀ ਬਿਮਾਰੀ ਹੈ, ਕੋਈ ਪਤਾ ਨਹੀਂ ਕਿਆ ਚੀਜ਼ ਹੈ, ਸਾਨੂੰ ਸਮਝ ਨਹੀਂ ਆਈ। ਬੇਟੀ ਕੋਲ ਲੈ ਕੇ ਗਏ ਅਸੀਂ, ਇਹਨੇ ਆ ਕੇ ਫਿਰ ਖੋਲੀ, ਪਤਾ ਨਹੀਂ ਨੈਟ ਤੋਂ ਦੇਖਿਆ ਕਿਆ ਹੈ, ਪਰ ਸਾਨੂੰ ਸਮਝ ਨਹੀਂ ਆਈ। ਔਰ ਉਹਨਾਂ ਨੇ, ਡਾਕਟਰ ਨੇ ਇਹ ਕਹਿਤਾ ਸੀ ਸਾਨੂੰ ਅੱਖਾਂ ਵਾਲਿਆਂ ਨੇ, ਵੀ ਤੁਸੀਂ ਇਸ ਚੀਜ਼ ਦਾ, ਸਾਰਕੋਡੋਸਿਸ ਦਾ ਜਿਹੜਾ ਇਲਾਜ ਹੈ ਉਹ ਕਿਤੇ ਨਾ ਜਾਣਾ, ਤੁਸੀਂ ਪੀਜੀਆਈ ਜਾਣਾ। ਪੀਜੀਆਈ ਡਾਕਟਰ ਜਿੰਦਲ ਹੈ, ਉਹ ਨਾਰਥ ਜ਼ੋਨ, ਕਿਆ ਤੁਸੀਂ ਬੰਬੇ ਵੀ ਚਲੇ ਜਾਓਗੇ, ਉਹਨਾਂ ਦੀਆਂ ਬੁੱਕਸ ਚੱਲਦੀਆਂ ਔਰ ਉਹ ਉੱਥੇ ਵੀ ਰਿਕਮੈਂਡ ਉਹਨਾਂ ਨੂੰ ਕਰਨਗੇ। ਅਸੀਂ ਨੈਕਸਟ ਡੇ ਪੀਜੀਆਈ ਗਏ, ਪੀਜੀਆਈ ਜਾ ਕੇ
ਸਾਨੂੰ ਪਤਾ ਲੱਗਿਆ ਕਿ ਵੀ ਉਸ ਦਿਨ ਡਾਕਟਰ ਜਿੰਦਲ ਨਹੀਂ ਸੀ, ਤਾਂ ਉਹਨਾਂ ਦੇ ਜੂਨੀਅਰ ਸੀ ਜਿਹੜੇ ਡੀਐਮ ਕਰ ਰਹੇ ਸੀ ਉਹਨਾਂ ਦੇ ਅੰਡਰ, ਅਸੀਂ ਉਹਨਾਂ ਨੂੰ ਦਿਖਾਇਆ, ਉਹਨਾਂ ਨੇ ਬਹੁਤ ਸਾਰੇ ਟੈਸਟ ਇਸ ਬੱਚੇ ਦੇ ਲਿਖਤੇ, ਇਵਨ ਕੈਂਸਰ ਦਾ ਵੀ ਲਿਖਿਆ। ਅਸੀਂ ਹੋਰ ਸਾਨੂੰ ਫਿਕਰ ਹੋ ਗਈ ਮੈਨੂੰ ਤਾਂ ਕਿ ਵੀ ਪਤਾ ਨਹੀਂ ਹੁਣੇ ਕਿਆ ਇਹਦਾ ਦੱਸਣਗੇ, ਬਹੁਤ ਬੁਰਾ ਹਾਲ ਸੀ ਦਾ, ਚੱਲਿਆ ਨਹੀਂ ਸੀ ਜਾਂਦਾ ਇਹਦਾ, ਨਾ ਇਹਨੂੰ ਨੀਂਦ ਆਉਂਦੀ ਸੀ। ਜਦੋਂ ਇਹਦਾ ਸਮਾਨ ਵੀ ਵਾਪਸ ਲਿਆਂਦਾ ਸੀ ਤਾਂ ਇਹਨੂੰ ਪਤਾ ਨਹੀਂ ਸੀ ਕਿ ਮੇਰਾ ਕਿਆ ਸਮਾਨ ਵਾਪਸ ਆਇਆ। ਤਾਂ ਫਿਰ ਕਿਸੇ ਨੇ ਕਿਹਾ ਵੀ ਸਾਨੂੰ ਡਾਕਟਰ ਜਿੰਦਲ ਨਹੀਂ ਮਿਲੇ, ਤਾਂ ਅਸੀਂ ਕਿਸੇ ਦੀ ਅਪਰੋਚ ਢੂੰਢੀ, ਅਪਰੋਚ ਵੀ ਜ਼ਿਆਦਾ ਬੜੀ ਤਾਂ ਨਹੀਂ ਸੀ, ਪਰ ਮੇਰੇ ਕਜ਼ਨ ਦੀ ਬੇਟੀ PhD ਕਰ ਰਹੀ ਸੀ PGI ਚ, ਤਾਂ ਉਹਨੂੰ ਅਸੀਂ ਫਿਰ ਮਿਲੇ, ਉਹਨੂੰ ਕਿਹਾ ਵੀ ਸਾਨੂੰ ਬੇਟਾ ਡਾਕਟਰ ਜਿੰਦਲ ਨੂੰ ਮਿਲਾ ਦੇ, ਉਹ ਸਾਨੂੰ ਡਾਇਰੈਕਟ ਡਾਕਟਰ ਜਿੰਦਲ ਕੋਲ ਲੈ ਗਈ। ਪਰ ਉਹ ਗੁਰੂ ਜੀ ਦੀ ਮਿਹਰ ਨਾਲ ਬਹੁਤ ਅੱਛੇ ਸੀ, ਉਹਨਾਂ ਨੇ ਪੁੱਛਿਆ ਇਹਨੂੰ ਬੇਟੀ ਨੂੰ ਤੂੰ ਕੀ ਕਰਦੀ ਹੈ, ਇਹਨੇ ਕਿਹਾ ਮੈਂ BDS ਮੈਂ ਡਾਕਟਰ ਹੈ, ਤਾਂ ਉਹਨਾਂ ਨੇ ਬਿਨਾਂ ਉਸ ਤੋਂ ਸਾਨੂੰ ਇਹਨੂੰ ਦੇਖਣਾ ਸ਼ੁਰੂ ਕਰਤਾ। ਉਹਨਾਂ ਨੇ ਇਹਦਾ ਟੈਸਟ ਦੇ ਰਿਪੋਰਟਾਂ ਨਹੀਂ ਸੀ ਸਾਨੂੰ ਮਿਲਦੀਆਂ PGI ਦੀਆਂ, ਕਿਉਂਕਿ ਪਤਾ ਨਹੀਂ ਇਹਦੇ ਕਿੰਨੇ ਟੈਸਟ ਹੋਏ, ਔਰ PGI ਚ ਜਲਦੀ ਜਲਦੀ ਦਿੰਦੇ ਵੀ ਨਹੀਂ ਕਿ ਬਿਨਾਂ ਅਪਰੋਚ ਤੋਂ। ਫਿਰ ਸਾਨੂੰ ਅਸੀਂ ਫਿਰ ਉਸ ਕੁੜੀ ਨੂੰ ਕੰਟੈਕਟ ਕੀਤਾ ਜਿਹੜੀ ਮੇਰੀ ਕਜ਼ਨ ਦੀ ਬੇਟੀ ਸੀ, ਉਹਨੂੰ ਬੱਚੀ ਨੂੰ ਕਿਹਾ ਵੀ ਉਸੇ ਮਾਈਕਰੋਬਾਇਓਲੋਜੀ ਦੇ ਵਿੱਚ ਹੀ ਸ਼ਾਇਦ ਕਿਤੇ ਕੁਝ ਕਰ ਰਹੀ ਸੀ, ਤਾਂ ਉਹਨੇ ਸਾਨੂੰ ਰਿਪੋਰਟਾਂ ਅਜੇ ਆਈਆਂ ਵੀ ਨਹੀਂ ਸੀ, ਡਾਕਟਰ ਜਿੰਦਲ ਨੇ ਕਹਿਤਾ ਇਸ ਨੂੰ ਪੱਕਾ ਸਾਰਕੋਡੋਸਿਸ ਹੈ, ਔਰ ਉਹਨਾਂ ਨੇ ਇਹਦਾ ਦਵਾਈ ਲਿਖਤੀ ਸਟੀਰੋਇਡ 24 mg ਤੋਂ ਸ਼ੁਰੂ ਕਰੀ ਇਸ ਦੀ ਦਵਾਈ। ਔਰ ਇਹਨੇ ਮੈਨੂੰ ਯਾਦ ਹੈ 1:30 ਵਜੇ ਅਸੀਂ ਆਪਣੇ ਘਰ ਪਹੁੰਚੇ, ਇਹਨੂੰ ਅਸੀਂ ਮੈਂ ਡੋਜ਼ ਇਹਨੇ ਇੱਕ ਲਿੱਤੀ, ਔਰ ਉਸ ਦਿਨ ਪਹਿਲੀ ਵਾਰੀ ਰੋਟੀ ਖਾਈ, ਇੱਕ ਫੁਲਕਾ ਖਾਇਆ ਇਹਨੇ, ਕਿਉਂਕਿ ਇਹ ਤਾਂ ਕੁਛ ਨਹੀਂ ਸੀ ਲੈਂਦੀ, ਖਾਲੀ ਦਹੀਂ ਲੈਂਦੀ ਸੀ ਥੋੜਾ ਥੋੜਾ, ਪਤਾ ਨਹੀਂ ਆਲੂ ਵਿੱਚ ਪਾ ਕੇ ਪਤਾ ਨਹੀਂ ਕਿਆ ਕਰਦੀ ਸੀ, ਖਾਂਦੀ ਨਹੀਂ ਸੀ ਰੋਟੀ, ਬਿਲਕੁਲ ਨਹੀਂ ਸੀ ਖਾਂਦੀ, ਕਿਉਂਕਿ ਇਹਨੂੰ ਭੁੱਖ ਨਹੀਂ ਸੀ ਲੱਗਦੀ। ਉਸ ਦੇ ਵਿੱਚ ਫਿਰ ਇਹਨਾਂ ਦੀ ਇਹਦੀ ਦਵਾਈ 6 ਮਹੀਨੇ ਚੱਲੀ ਡਾਕਟਰ ਜਿੰਦਲ ਦੀ, ਅਪ੍ਰੈਲ ਚ ਸ਼ੁਰੂ ਹੋਈ ਸੀ 16 ਅਪ੍ਰੈਲ ਤੋਂ, ਔਰ ਅਕਤੂਬਰ 16 ਤੱਕ ਇਸੀ ਦਵਾਈ ਚੱਲੀ। ਫਿਰ ਉਹਨਾਂ ਨੇ ਵਿੱਚ ਟੇਪਰ ਵੀ ਕਰੀ, ਫੋਲੋਅਪ ਜਿਸ ਤਰ੍ਹਾਂ ਬੁਲਾਉਂਦੇ ਸੀ ਅਸੀਂ ਜਾਂਦੇ ਸੀ ਉਹਨਾਂ ਕੋਲ, ਔਰ ਇਸ ਨੂੰ ਥੋੜਾ ਜਿਹਾ ਸਾਰਾ ਹੀ ਆਰਾਮ ਆਣਾ ਸ਼ੁਰੂ ਹੋ ਗਿਆ, ਫਿਰ ਆਹਿਸਤਾ 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 ਇਹਨੂੰ ਠੀਕ ਹੋ ਗਿਆ। ਡਾਕਟਰ ਜਿੰਦਲ ਨੇ ਕਿਹਾ ਵੀ ਤੂੰ ਹੁਣ ਹਿਮਾਚਲ ਚ ਕਦੇ ਸੈਟਲ ਨਹੀਂ ਹੋਏਗੀ, ਤੂੰ ਇੱਥੇ ਉੱਥੇ ਦਾ ਰਹਿਣਾ ਮਤਲਬ ਭੁੱਲ ਜਾ, ਹੁਣ ਤੂੰ ਕਦੇ ਆ ਜਾ ਸਕਦੀ ਹੈ ਪਰ ਤੂੰ ਸੈਟਲ ਨਹੀਂ ਹੋਏਗੀ। ਫਿਰ ਇਹ ਬੱਚੀ ਇੱਥੇ ਸ਼ਿਫਟ ਹੋ ਗਈ, ਸਾਡੇ ਕੋਲ ਹੀ ਰਹਿੰਦੀ ਹੈ, ਹਸਬੈਂਡ ਇਹਦੇ ਉਸ ਟਾਈਮ ਕਿਤੇ ਦੂਰ ਸੀ, ਉਹ ਫਿਰ ਥੋੜੀ ਪਾਸ ਆ ਗਏ, ਹੁਣ ਅੱਜ ਵੀ ਉਹ ਤਾਂ SDM ਹਿਮਾਚਲ ਚ ਹੈ, ਤਾਂ ਬੇਟੀ ਨੇ ਆਪਣੀ ਕਲੀਨਿਕ ਕਰੀ ਵੀ ਹੈ, ਔਰ ਇਹ MDS ਵੀ ਬਾਅਦ ਚ ਨੇ ਆਪਣੀ ਸ਼ਾਦੀ ਤੋਂ ਬਾਅਦ ਕਰੀ। ਹੁਣ ਉਸ ਕੋਲ ਉਹਨਾਂ ਗੁਰੂ ਜੀ ਦੀ ਕਿਰਪਾ ਨਾਲ 2 ਬੱਚੇ ਵੀ ਹੈ। ਫਿਰ ਇਹਦੇ ਜਦੋਂ ਸਟੀਰੋਇਡ ਨੂੰ ਦਿੱਤੇ ਸੀ ਤਾਂ ਉਹਦੇ ਨਾਲ ਗਾਲ ਬੈਡਰ ਚ ਸਟੋਨ ਵੀ ਹੋ ਗਿਆ, ਇਹਦੇ ਸਟੋਨ ਹੋਣੇ ਨਾਲ ਇਸਨੂੰ ਤਾਂ ਰਿਮੂਵ ਕਰਵਾਇਆ ਫਿਰ ਇਸਦਾ, ਪਰ ਫਿਰ ਵੀ ਚਲੋ ਉਹਨਾਂ ਦੀ ਬਹੁਤ ਮਿਹਰ ਰਹੀ, ਇਹ ਬਿਲਕੁਲ ਠੀਕ ਹੋ ਗਈ ਹੈ। ਫਿਰ ਇਹਨੇ ਵਿੱਚ MDS ਵੀ ਕਰੀ, ਸਾਨੂੰ ਇਹ ਪਤਾ ਨਹੀਂ ਸੀ ਕਿ ਇਸ ਤੇ ਕਦੀ ਇੱਕ ਬੱਚਾ ਵੀ ਕਦੇ ਹੋਏਗਾ, ਪਰ ਫਿਰ ਵੀ ਇਹਦੇ ਬੇਟੀ ਹੋਈ ਸਾਡੀ 2010 ਵਿੱਚ ਬੇਟੀ ਹੋਈ ਸਾਨੂੰ, ਤਾਂ ਇਹ ਕੁਝ ਸੀ ਕਿ ਚਲੋ ਬੇਟੀ ਹੋਈ ਇਸਦੇ। ਉਧਰ ਇਨ ਦੀ ਮੀਨ ਟਾਈਮ ਸਾਡਾ ਜਿਹੜਾ ਕੰਮ ਸੀ ਉਹ ਆਹਿਸਤਾ 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 ਸਾਡਾ ਅਸੀਂ ਕੰਮ ਆਪਣਾ ਵਾਈਂਡ ਅਪ ਕਰਤਾ, ਕਿਉਂਕਿ ਇਹਨਾਂ ਨੂੰ ਅਟੈਕ ਆ ਗਿਆ ਸੀ। ਜੋ ਸਾਡਾ ਕੰਮ ਸੀ ਸਾਰਾ ਅਸੀਂ, ਜੋ ਸਾਡੀ ਜਗ੍ਹਾ ਸੀ ਸਾਰੀ ਅਸੀਂ ਕਿਰਾਏ ਤੇ ਦੇਣੀ ਸ਼ੁਰੂ ਕਰਤੀ। ਬੈਂਕ ਬਿਲਡਿੰਗ ਸੀ ਸਾਡੀ ਜਿਹੜੀ ਬੈਂਕ ਨੇ ਬੰਦ ਕਰੀ ਵੀ ਸੀ, ਉਹ ਅਸੀਂ ਦੇਤੀ। ਫਿਰ ਸਾਡੀ ਹੋਰ ਜ਼ਮੀਨਾਂ ਸੀ ਜਿਹੜੀ ਉਹ ਵੀ ਅਸੀਂ ਕਿਰਾਏ ਤੇ ਦੇਤੀਆਂ। ਉਸ ਦੇ ਨਾਲ ਸਾਡਾ ਖਰਚਾ ਬਹੁਤ ਅੱਛਾ ਚੱਲਣਾ ਸ਼ੁਰੂ ਹੋ ਗਿਆ, ਔਰ ਹੁਣ ਬੇਟੀ ਸਾਡੀ ਸਾਡੇ ਕੋਲ ਰਹਿੰਦੀ ਹੈ हस्बैंड ਦੀ कंसेंट ਦੇ ਨਾਲ। इससे ससुराल वाले बहुत अच्छे हैं, बेटा मेरा दामाद बहुत ज्यादा अच्छा, बड़ा भी अच्छा है, बड़ी भी मेरी सेटल है, इस सब गुरु जी ਦੀ ਕਿਰਪਾ ਨਾਲ। ਪਰ ਸਾਨੂੰ ਮੈਨੂੰ ਅਫਸੋਸ ਇਹੀ ਰਹਿੰਦਾ ਕਿ ਗੁਰੂ ਜੀ ਨੂੰ ਜਦੋਂ ਅਸੀਂ ਜਾਣਿਆ ਸਾਨੂੰ ਗੁਰੂ ਜੀ ਦੇ ਨਾਲ ਰਹਿਣ ਦਾ ਮੌਕਾ ਉਹਨਾਂ ਨਹੀਂ ਮਿਲਿਆ। ਹੁਣ ਅਸੀਂ ਪਿਛਲੇ ਸਾਲ ਤੋਂ ਸਾਰਾ ਇੱਥੇ ਲਾਕਡਾਊਨ ਜਾਂਦੇ ਹੋਇਆ ਅਸੀਂ ਆਪਣੇ ਘਰ ਵਿੱਚ ਹਮੇਸ਼ਾ ਸ਼ਾਮ ਨੂੰ 5 ਤੋਂ 5:15 5:30 ਤੋਂ 7 ਵਜੇ ਤੱਕ ਸੰਗਤ ਕਰਦੇ ਹਾਂ ਡੇਲੀ, ਗੁਰੂ ਜੀ ਨਾਲ ਚਾਹ ਪੀਂਦੇ ਹਾਂ, ਬਸ ਇਸੇ ਚ ਸਕੂਨ ਆਉਂਦਾ। ਹੁਣ ਤਾਂ ਮੇਰੇ ਇਹ ਹਾਲਾਤ ਹੈ ਕਿ ਮੈਂ ਮੰਦਰ ਡੇਲੀ ਜਾਂਦੀ ਸੀ ਤਾਂ ਜਦੋਂ ਵੀ ਮੂੰਹ ਤੋਂ ਨਿਕਲਦਾ ਹੈ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਏ, ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਏ, ਇਹੀ ਨਿਕਲਦਾ ਹੈ, ਕਿਉਂਕਿ ਹੋਰ ਮੈਨੂੰ ਪੂਜਾ ਹੁਣ ਆਂਦੀ ਹੀ ਨਹੀਂ ਹੈ। ਔਰ ਮੇਰਾ ਜੋ ਵੀ ਕੁਝ ਹੁੰਦਾ ਹੈ ਅਸੀਂ ਗੁਰੂ ਜੀ ਤੋਂ ਇਲਾਵਾ ਮੇਰਾ ਕਿਸੇ ਨੂੰ ਕਹਿੰਦੀ ਵੀ ਨਹੀਂ ਹੈ। ਮੇਰਾ ਰਾਤ ਨੂੰ ਮੈਂ ਸਵੇਰ ਨੂੰ ਉੱਠਦੀ ਹਾਂ ਤਾਂ ਵੀ ਮੈਂ ਗੁਰੂ ਜੀ ਨੂੰ ਯਾਦ ਕਰਦੀ ਹਾਂ। ਗੁਰੂ ਜੀ ਦੇ ਸਾਡੇ ਕੈਲੰਡਰ, ਸਾਡੇ ਘਰ ਦੇ ਵਿੱਚ ਜਦੋਂ ਪਹਿਲੀ ਵਾਰੀ ਸੰਗਤ ਹੋਈ ਅੰਮ੍ਰਿਤ ਆਇਆ, ਉੱਥੇ ਜੋਤ ਬਣਾਈ ਗੁਰੂ ਜੀ ਨੇ, ਔਰ ਜਿਹੜਾ ਸਾਡੇ ਬੈਡਰੂਮ ਚ ਕੈਲੰਡਰ ਲੱਗਿਆ ਉਹਦੇ ਚ ਵੀ ਅੰਮ੍ਰਿਤ ਟਪਕਿਆ ਹੋਇਆ ਹੈ, ਔਰ ਔਰੇਂਜ ਕਲਰ ਦਾ ਅੰਮ੍ਰਿਤ ਹੈ ਫੋਟੋ ਦੇ ਵਿੱਚੋਂ। ਸਾਨੂੰ ਨਹੀਂ ਸੀ ਸਮਝ, ਅਸੀਂ ਬਹੁਤ ਦੇਰ ਦੇ ਬਾਅਦ ਦੇਖਿਆ ਕਿ ਵੀ ਅੰਮ੍ਰਿਤ ਆਇਆ ਵਾ ਇੱਥੋਂ। ਮੇਰੀ ਬੱਚੀਆਂ ਹਰ ਚੀਜ਼ ਜੋ ਇਹਨਾਂ ਨੇ ਕਰਨੀ ਉਹਨਾਂ ਤੋਂ ਪੁੱਛਤੇ ਬਿਨਾਂ, ਇੰਨਾ ਵਿਸ਼ਵਾਸ ਇਹਨਾਂ ਨੂੰ ਬੱਚਿਆਂ ਨੂੰ ਹੈ ਬਹੁਤ ਜ਼ਿਆਦਾ। ਹਰ ਇੱਕ ਹੁਣ ਬੇਟੀ ਨੂੰ ਬੇਟਾ ਵੀ ਦਿੱਤਾ, ਔਰ ਸਭ ਤੋਂ ਬੜੀ ਗੱਲ ਬੜੀ ਬੇਟੀ ਤੇ ਇੱਕੋ ਹੀ ਬੇਟਾ ਸੀ ਤਾਂ ਉਹਨੂੰ 13.5 ਸਾਲ ਬਾਅਦ ਫਿਰ ਬੇਟਾ ਦਿੱਤਾ ਗੁਰੂ ਜੀ ਨੇ।
ਅਸੀਂ ਤਾਂ ਹੋਪ ਛੱਡਤੀ ਸੀ ਕਿ ਵੀ ਕੋਈ ਬੱਚਾ ਫਿਰ ਹੋਏਗਾ, ਫਿਰ ਵੀ ਦਿੱਤਾ ਉਹਨਾਂ ਨੇ, ਔਰ ਉਹ ਬੱਚੇ ਇਹਨਾਂ ਦੀ ਦੇਣ ਹੈ, ਕਿਉਂਕਿ ਸਾਨੂੰ ਤਾਂ ਲੱਗਦਾ ਨਹੀਂ ਸੀ ਕਿ ਵੀ ਹੋਏਗਾ। ਪਰ ਹੁਣ ਮੈਂ ਇੰਨਾ ਹੀ ਕਹੂੰਗੀ ਕਿ ਜਦ ਤੱਕ ਅਸੀਂ ਜਿਉਣਾ, ਮੇਰੇ ਬੱਚੇ ਹੋਣ, ਅਸੀਂ ਇਹਨਾਂ ਤੋਂ ਬਿਨਾਂ ਨਹੀਂ ਜੀ ਸਕਦੇ, ਔਰ ਸਾਡਾ ਹਰ ਰੋਮ ਰੋਮ ਇਹਨਾਂ ਦਾ ऋणी ਹੈ, ਗੁਰੂ ਜੀ ਦਾ। ਜੈ ਗੁਰੂ ਜੀ।